सत श्री अकाल दोस्तों, मैं दर्शन सिंह दर्शक चर्चा प्रोग्राम लेके हाजिर हाँ। राजधानी दिल्ली दे विच G20 मुल्कां दी शिखर सम्मेलन जिहड़ा होया वो बड़ा शानदार होया। इस दी चर्चा सिर्फ भारत दे विच नहीं पूरी दुनिया दे विच है। इस शिखर सम्मेलन दे विच पूरी दुनिया दे वड्डे लीडर, वड्डी शक्तियां दे लीडर, अर्थव्यवस्था दे लीडर पहुंचे। इस मौके के उत्ते दुनिया भर दे विच जिहड़ियां समस्यावां ने, चाहे वो आर्थिक ने, चाहे समाजिक ने, चाहे सेहत नाल संबंधित ने, उन्हां बारे गलबात हुई। भारत एक वड्डी शक्ति वजों उभरिया, उसने विकासशील देशां ते गरीब देशां की आवाज उठाई। इस दे नाल नाल ये जिहड़ा G20 शिखर सम्मेलन होया, यह हुण G21 बन गया। इहदे विच अफ्रीका यूनियन भी शामिल हो गए ने। इसका सिहरा भारत दे उत्ते जांदा है, प्रधानमंत्री नरेंद्र मोदी दे सिर जांदा है। अज आपां इस सारे आयोजन दे उत्ते गलबात करांगे कि भारत का रुतबा किहो जिहा बनिया। प्रधानमंत्री नरेंद्र मोदी एक वड्डे लीडर वजों उभरे है ते इस मसले दे उत्ते, इस सारे घटनाक्रम दे उत्ते साडे नाल गलबात करन दे लई डॉक्टर केयर सिंह मौजूद ने, जिहड़े पंजाब स्कूल सिक्ख्या बोर्ड के साबका चेयरमैन भी ने ते पोलीटिकल साइंस के पंजाबी यूनिवर्सिटी के प्रोफैसर भी रह चुके हैं। पहला उन्होंने आपां स्वागत करते हैं। डॉक्टर साहब सत श्री अकाल। सत श्री अकाल जी दर्शक जी, तुहाडे दर्शकों का भी सत श्री अकाल। डॉक्टर साहब जिहड़ा G20 का शानदार आयोजन होया दिल्ली दे विच, भारत का रुतबा किस तरह का बनया ते इस दे नाल इस दे जिहड़ा हैगा बाकी मुल्कां दे विच इसदा की असर होगा भारत? दर्शक जी देखो, ਤੁਹਾਡੇ ਸਰੋਤਿਆਂ ਨਾਲ ਕੁਝ ਫੈਕਟਸ ਜਿਹੜੇ ਆ ਆਪਾਂ ਪਹਿਲਾਂ ਸਾਂਝੇ ਕਰ ਲਈਏ ਕਿ G20 ਤੋਂ ਮਤਲਬ ਕੀ ਹੈ। ਜਿਹੜੇ ਤੁਹਾਡੇ ਸਰੋਤੇ ਹਨ, ਆਪਾਂ ਫਿਰ ਆਯੋਜਨ ਜਿਹੜਾ ਹੋਇਆ ਹੁਣ ਆਪਣਾ ਹਿੰਦੁਸਤਾਨ 'ਚ ਯਾਨੀ ਕਿ ਇੰਡੀਆ ਜਾਂ ਭਾਰਤ ਵਿੱਚ ਹੋਇਆ, ਇਹ 2023 'ਚ ਆਪਾਂ ਉੱਤੇ ਬਾਅਦ 'ਚ ਆਉਣੇ, ਪਰ ਪਹਿਲਾਂ ਕੁਝ ਗੱਲਾਂ ਇਹ ਆਪਣੇ ਤੁਹਾਡੇ ਸਰੋਤਿਆਂ ਨਾਲ ਆਪਾਂ ਸਾਂਝੀਆਂ ਕਰ ਲਈਏ ਕਿ ਇਹ ਜਿਹਨੂੰ G20 ਗਰੁੱਪ ਕਹਿੰਦੇ ਆ ਨਾ ਜੀ, ਇਹ 1999 ਚ ਪਹਿਲਾਂ ਸ਼ੁਰੂ ਹੋਇਆ ਸੀ, ਜਦੋਂ ਆਰਥਿਕਤਾ ਜਿਹੜੀ ਆ ਨਾ ਜੀ, ਦੁਨੀਆ ਦੀ ਆਰਥਿਕਤਾ ਖਾਸ ਕਰਕੇ ਏਸ਼ੀਅਨ ਕੰਟਰੀਜ਼ ਦੀ ਆਰਥਿਕਤਾ, ਉਹਦੇ ਵਿੱਚ ਗੜਬੜ ਬਹੁਤ ਹੋ ਗਈ ਸੀਗੀ। ਤੇ ਇਹ ਉਦੋਂ ਸ਼ੁਰੂ ਹੋਇਆ ਸੀਗਾ ਕਿ ਜਿਹੜੇ ਆਪਣੇ ਫਾਈਨੈਂਸ ਮਿਨਿਸਟਰਸ ਹੁੰਦੇ ਆ ਨਾ ਜੀ, ਉਹਨਾਂ ਤੇ ਆਧਾਰਿਤ ਇਹ ਪਹਿਲਾਂ ਗਰੁੱਪ ਸ਼ੁਰੂ ਕੀਤਾ ਗਿਆ ਸੀ 1999 ਵਿੱਚ। ਹੌਲੀ ਹੌਲੀ ਉਹਦਾ ਵਿਕਾਸ ਹੁੰਦਾ ਹੋਇਆ, ਇਹਦੇ ਵਿੱਚ ਫਿਰ ਦੇਸ਼ਾਂ ਦੇ ਜਿਹੜੇ ਮੁਖੀ ਹੁੰਦੇ ਆ, ਚਾਹੇ ਉਹ ਪ੍ਰਧਾਨ ਹੋਣ ਚਾਹੇ ਪ੍ਰਧਾਨ ਮੰਤਰੀ ਹੋਣ, ਉਹ ਫਿਰ ਇਹਦੇ ਵਿੱਚ ਆਉਣੇ ਸ਼ੁਰੂ ਹੋ ਗਏ ਤੇ ਇਹ ਇੱਕ ਬਹੁਤ ਮਹੱਤਵਪੂਰਨ ਸੰਸਥਾ ਬਣ ਗਈ। ਤੇ 2008 ਤੋਂ ਲੈ ਕੇ ਲਗਾਤਾਰ ਇਹਦੇ ਸਾਲਾਨਾ ਸੈਸ਼ਨ ਹੋ ਰਹੇ ਆ। ਪਹਿਲਾਂ ਕਈ ਵਾਰ ਵਿੱਚੋਂ ਸਾਲਾਨਾ ਸੈਸ਼ਨ ਵੀ ਨਹੀਂ ਹੁੰਦੇ ਸੀਗੇ। ਔਰ ਤੁਹਾਨੂੰ ਤੁਹਾਡੇ ਦਰਸ਼ਕਾਂ ਨੂੰ ਸ਼ਾਇਦ ਇਹ ਪਤਾ ਹੀ ਹੋਏ ਕਿ ਇਹ ਪਿਛਲਾ ਜਿਹੜਾ ਸੈਸ਼ਨ ਹੋਇਆ ਸੀ G20 ਦਾ, ਉਹ ਇੰਡੋਨੇਸ਼ੀਆ ਬਾਲੀ ਵਿੱਚ ਹੋਇਆ ਸੀ ਤੇ ਇਹ ਹੁਣ ਵਾਲਾ ਇਹ ਹਿੰਦੁਸਤਾਨ 'ਚ ਹੋਇਆ ਤੇ ਅਗਲੇ ਵਰੇ ਦਾ ਇਹ ਬ੍ਰਾਜ਼ੀਲ 'ਚ ਹੋਣਾ। ਇਹ ਆਪਾਂ ਨੂੰ ਫਿਰ ਇਸ ਤੋਂ ਬਾਅਦ ਸਾਊਥ ਅਫਰੀਕਾ 'ਚ ਹੋਣਾ। ਸੋ ਇਹ ਜੇ ਕੁਝ ਫੈਕਟਸ ਨੇ G20 ਜਿਹੜਾ ਹੈ। ਔਰ ਜਿਸ ਤਰ੍ਹਾਂ ਤੁਸੀਂ ਮੁੱਢ ਵਿੱਚ ਹੀ ਦੱਸਿਆ ਸੀ ਕਿ ਇਸ ਜਿਹੜਾ ਦੁਨੀਆ ਦੇ ਦੇਸ਼ਾਂ ਦਾ ਇੱਕ ਸਮੂਹ ਹੈ ਨਾ ਜੀ, ਇਹਦਾ ਮੁੱਖ ਜਿਹੜਾ ਜਿਹਨੂੰ ਕਹੀਏ ਨਾ ਫੋਕਸ ਕੀ ਹੈ, ਉਹ ਰਾਜਨੀਤੀ ਦਾ ਫੋਕਸ ਨਹੀਂ ਹੁੰਦਾ, ਜੀਓ ਪੋਲਿਟਿਕਸ ਇਹਦੇ ਵਿੱਚ ਨਹੀਂ ਹੈ। ਜਿਸ ਤਰ੍ਹਾਂ ਆਪਾਂ ਨੂੰ ਕਹਿੰਦੇ ਨਾ G7 ਜਾਂ G8 ਗਰੁੱਪ ਹੈਗਾ, ਉਹ ਪੱਛਮੀ ਦੇਸ਼ਾਂ ਦੇ ਉੱਨਤ ਦੇਸ਼ਾਂ ਦਾ ਜਿਹੜਾ ਉਹ ਗਰੁੱਪ ਹੈ ਤੇ ਉਹ ਜੀਓ ਪੋਲੀਟੀਕਲ ਇਸ਼ੂਜ਼ ਜਿਹੜੇ ਆ ਨਾ ਉਹਨਾਂ ਨੂੰ ਐਡਰੈਸ ਕਰਦੇ ਆ। ਯਾਨੀ ਕਿ ਸੰਸਾਰ ਭਰ ਦੇ ਵਿਸ਼ਵ ਦੇ ਜਿਹੜੇ ਸਿਆਸੀ ਮੁੱਦੇ ਹੁੰਦੇ ਆ ਉਹਨਾਂ ਵੱਲ ਉਹ ਵਧੇਰੇ ਧਿਆਨ ਦਿੰਦੇ ਆ
ਕੋਈ ਕੇਂਦਰ ਬਿੰਦੂ ਉਹਨਾਂ ਦਾ ਉਹ ਹੁੰਦਾ। ਔਰ ਇਹਨਾਂ ਦਾ ਜਿਹੜਾ G20 ਤੇ ਜਿਹੜਾ ਹੁਣ G21 ਹੋ ਗਿਆ, ਜਿਸ ਤਰ੍ਹਾਂ ਤੁਸੀਂ ਦੱਸ ਰਹੇ ਸੀਗੇ ਕਿ ਇਹ ਇਹਨਾਂ ਦਾ ਕੇਂਦਰ ਬਿੰਦੂ ਜਿਹੜਾ ਵਿਚਾਰ ਵਾਸਤੇ ਹੁੰਦਾ ਉਹ ਆਰਥਿਕਤਾ ਹੁੰਦੀ ਹੈ, ਐਨਵਾਇਰਨਮੈਂਟ ਯਾਨੀ ਕਿ ਵਾਤਾਵਰਨ ਹੁੰਦਾ, ਸਿਹਤ ਹੁੰਦੀ ਹੈ, ਸਿੱਖਿਆ ਹੁੰਦੀ ਹੈ, ਤੇ ਆਪਸੀ ਸਾਂਝਾਂ ਪਾਉਣ ਦਾ ਔਰ ਵਿਕਾਸ ਕਰਨ ਵਾਸਤੇ ਸਹਿਯੋਗ ਕਰਨਾ ਜਿਹੜਾ ਹੈ ਉਹ ਇਹਦੇ ਕੇਂਦਰ ਬਿੰਦੂ ਹੁੰਦੇ ਹੈ। ਸਿਆਸਤ ਇਹਦੇ ਵਿੱਚ ਨਹੀਂ ਹੁੰਦੀ, ਯਾਨੀ ਕਿ ਰਾਜਨੀਤਿਕ ਮਸਲੇ ਸਿੱਧੇ ਜਿਹੜੇ ਹੈ ਉਹ ਇਹ ਗਰੁੱਪ ਨਹੀਂ ਲੈਂਦਾ, ਅਸਿੱਧੇ ਰੂਪ ਵਿੱਚ ਆ ਜਾਂਦੇ ਆ, ਆਪਾਂ ਨੂੰ ਪਤਾ, ਉਹਦਾ ਜ਼ਿਕਰ ਵੀ ਆਪਾਂ ਕਰਦੇ ਹਾਂ। ਔਰ ਇੱਕ ਛੋਟੀ ਜਿਹੀ ਹੋਰ ਜਾਣਕਾਰੀ ਜਿਸ ਤਰ੍ਹਾਂ ਤੁਸੀਂ ਵੀ ਦਿੱਤੀ ਸੀ, ਮੈਂ ਉਹ ਜ਼ਿਕਰ ਕਰਦੇ ਹਾਂ ਕਿ ਪਹਿਲਾਂ ਵੀ ਜਿਹੜਾ G20 ਗਰੁੱਪ ਸੀ ਨਾ ਜੀ, ਉਹਦੇ ਵਿੱਚ 19 ਦੇਸ਼ ਸੀਗੇ ਤੇ 20ਵਾਂ ਮੈਂਬਰ ਯੂਰੋਪੀਅਨ ਯੂਨੀਅਨ, ਜਿਸ ਨੂੰ EU ਵੀ ਕਹਿੰਦੇ ਆ, ਯੂਰਪ ਦੀ ਯੂਨੀਅਨ, ਜਿਹਦੇ ਕਈ ਉੱਥੋਂ ਦੇ ਮੈਂਬਰ ਦੇਸ਼ ਹੈਗੇ ਆ, ਉਹ ਸੀਗਾ 20ਵਾਂ। ਤੇ ਹੁਣ 21ਵਾਂ ਜਿਹੜਾ ਹੈ ਉਹ ਅਫਰੀਕਨ ਯੂਨੀਅਨ ਇਸ ਵੇਲੇ ਇਹਦਾ ਮੈਂਬਰ ਬਣ ਗਿਆ, ਔਰ ਅਫਰੀਕਨ ਯੂਨੀਅਨ ਜਿਹੜਾ ਉਹਦੇ ਵਿੱਚ 55 ਮੈਂਬਰ ਹੈਗੇ ਆ। ਸੋ ਇਸ ਕਰਕੇ ਇਹਦਾ ਮਤਲਬ ਜੇ ਕੁੱਲ ਮਿਲਾ ਕੇ ਦੇਖਿਆ ਜਾਏ ਤੇ ਪਹਿਲਾਂ ਜਿੰਨੇ ਦੇਸ਼ ਸੀ ਉਹਨਾਂ ਦੇ ਵਿੱਚ 55 ਦੇਸ਼ ਹੋਰ ਮੈਂਬਰ ਇਹਦੇ ਵਿੱਚ ਸ਼ਾਮਲ ਹੋ ਗਏ ਹੈ। ਸੋ ਇਸ ਕਰਕੇ ਹੁਣ ਇਹ G21 ਜਿਹੜਾ ਸਮੂਹ ਹੈ ਨਾ ਜੀ, ਇਹ ਬਹੁਤ ਵੱਡੀ ਜਿਹੜੀ ਗਿਣਤੀ ਤੇ ਆਰਥਿਕਤਾ ਤੇ ਕਹੋ ਕਿ ਲੋਕਾਈ ਦੀ ਇਹ ਨੁਮਾਇੰਦਗੀ ਕਰਦਾ। ਸੋ ਇਸ ਕਰਕੇ ਇਸ ਗਰੁੱਪ ਦੀ ਮਹੱਤਤਾ ਹੁਣ ਅੱਗੇ ਨਾਲੋਂ ਵਧੇਰੇ ਵੱਧ ਗਈ ਹੋਈ ਹੈ, ਪਹਿਲਾਂ ਨਾਲੋਂ। ਇਹ ਅਫਰੀਕਨ ਯੂਨੀਅਨ ਇਹਦੇ ਵਿੱਚ ਜਿਹੜਾ ਸ਼ਾਮਲ ਹੋ ਗਿਆ। ਇੱਕ ਛੋਟੀ ਜਿਹੀ ਗੱਲ ਹੋਰ ਮੈਂ ਤੁਹਾਡੇ ਨਾਲ, ਤੁਹਾਡੇ ਦਰਸ਼ਕਾਂ ਨਾਲ ਸਾਂਝੀ ਕਰਨਾ ਚਾਹੁੰਦਾ, ਉਹ ਇਹ ਹੈ ਕਿ ਜਦੋਂ ਇਹ ਮੀਟਿੰਗਸ ਹੁੰਦੀਆਂ ਹੈਗੀਆਂ ਤੇ ਜਦੋਂ ਉਹਦੇ ਵਿੱਚ ਸਿਆਸੀ ਮਸਲੇ ਆ ਜਾਂਦੇ ਆ, ਭਾਵੇਂ ਡਾਇਰੈਕਟ ਹੋਣ ਚਾਹੇ ਇਨਡਾਇਰੈਕਟ ਹੋਣ, ਤੇ ਉਹ ਫੈਸਲੇ ਲਾਗੂ ਨਹੀਂ ਹੁੰਦੇ। ਆਪਾਂ ਨੂੰ ਪਤਾ ਹੈ ਕਿ ਜਿਸ ਤਰ੍ਹਾਂ ਬਾਲੀ ਦੇ ਵਿੱਚ ਯਾਨੀ ਕਿ ਇੰਡੋਨੇਸ਼ੀਆ ਦੇ ਵਿੱਚ ਜਦੋਂ ਪਿਛਲੇ ਇਹ G20 ਦੀ ਮੀਟਿੰਗ ਹੋਈ ਸੀ ਤੇ ਉਹਦੇ ਵਿੱਚ ਯੂਕਰੇਨ ਦੇ ਯੁੱਧ ਬਾਰੇ ਉਹਦੇ ਰੂਸ ਨੂੰ ਅਗਰੈਸਰ ਯਾਨੀ ਕਿ ਉਹਨੂੰ ਧਾਵਾ ਕਰਨ ਵਾਲਾ, ਜੰਗ ਸ਼ੁਰੂ ਕਰਨ ਵਾਲਾ ਗਰਦਾਨਿਆ ਗਿਆ ਸੀਗਾ, ਤੇ ਇਸੇ ਕਰਕੇ ਉਹ ਗੱਲ ਪੂਰੀ ਤਰ੍ਹਾਂ ਲਾਗੂ ਨਹੀਂ ਸੀ ਹੋ ਸਕੀ। ਸੋ ਇਹ ਗੱਲਾਂ ਕੁਝ ਪਿਛੋਕੜ ਵਿੱਚ ਸਾਨੂੰ ਧਿਆਨ ਵਿੱਚ ਰੱਖਣੀਆਂ ਚਾਹੀਦੀਆਂ ਕਿ ਸਿਆਸੀ ਮਸਲੇ ਜਿਹੜੇ ਹੁੰਦੇ ਹੈ, ਭਾਵੇਂ ਉਹ ਆਰਥਿਕਤਾ ਦੇ ਨਾਲ ਜੁੜੇ ਹੁੰਦੇ ਹੈ, ਪਰ ਜੇ ਸਿਆਸੀ ਮੁੱਦੇ ਡਾਇਰੈਕਟਲੀ ਲੈ ਜਾਣ ਤਾਂ ਉਹ ਇਹਨਾਂ ਮੀਟਿੰਗਾਂ ਦੇ ਵਿੱਚ ਯਕਜਹਿਤੀ ਜਾਂ ਸਹਿਮਤੀ ਨਹੀਂ ਬਣਦੀ, ਤੇ ਉਹਨਾਂ ਦੇ ਲੈ ਗਏ ਫੈਸਲੇ ਉਹ ਵੀ ਪ੍ਰਭਾਵਸ਼ਾਲੀ ਨਹੀਂ ਰਹਿੰਦੇ, ਯਾਨੀ ਕਿ ਉਹਨਾਂ ਦੇ ਵਿੱਚ ਸਾਂਝੀ ਰਾਏ ਨਹੀਂ ਬਣਦੀ, ਸਹਿਮਤੀ ਨਹੀਂ ਬਣਦੀ। ਸੋ ਹੁਣ ਆਉਨੇ ਆਪਾਂ ਜਿਹੜਾ ਦਿੱਲੀ ਦੇ ਵਿੱਚ ਇਹ G20 ਦਾ ਸੈਸ਼ਨ ਹੋਇਆ, ਜਿਸ ਨੂੰ ਤੁਹਾਡਾ ਇਹ ਥੰਬਨੇਲ ਤੁਸੀਂ ਦਿੱਤਾ ਹੈ ਕਿ ਇਹ ਸ਼ਾਨਦਾਰ ਆਯੋਜਨ ਸੀ ਤੇ ਦੁਨੀਆ 'ਚ ਭਾਰਤ ਦਾ ਕੱਦ ਇਹਦੇ ਵਿੱਚ ਵਧਿਆ, ਇਹ 'ਚ ਕੋਈ ਸ਼ੱਕ ਨਹੀਂ। ਇਹ ਜਿਹੜਾ ਹੁਣ ਸੈਸ਼ਨ ਹੋਇਆ ਨਾ ਜੀ, ਇਹ ਆਪਣੇ ਦਿੱਲੀ ਬੇਸਡ, ਸਾਨੂੰ ਪਤਾ ਹੀ ਹੈ ਕਿ ਇਹਦੇ ਵਿੱਚ ਜਿਹੜਾ ਕੱਲ ਯਾਨੀ ਕਿ ਅੱਜ ਤੇ ਆਖਿਰਲਾ ਦਿਨ ਸੀ ਇਹਦਾ, ਤੇ ਹੁਣ ਖਤਮ ਹੋ ਗਿਆ। ਬ੍ਰਾਜ਼ੀਲ ਨੂੰ ਇਹ ਸੌਂਪ ਦਿੱਤੀ ਗਈ ਹੈ, ਅਗਲੇ ਵਰ੍ਹੇ ਦੀ ਜਿਹੜੀ ਇਹਦੀ ਪ੍ਰਧਾਨਗੀ ਬ੍ਰਾਜ਼ੀਲ ਕੋਲ ਹੋਵੇਗੀ। ਤੇ ਜਿਹੜਾ ਇਹ ਫੈਸਲੇ ਕੱਲ ਹੀ ਹੋ ਗਿਆ ਸੀ, ਯਾਨੀ ਕਿ ਡੈਕਲੇਰੇਸ਼ਨ ਜਿਸ ਨੂੰ ਆਪਾਂ ਕਹਿੰਦੇ ਆ, ਉਹ ਡੈਕਲੇਰੇਸ਼ਨ 83 ਪੈਰੇ ਹੈ ਉਹਦੇ ਵਿੱਚ, 83, ਤੇ ਉਹ 83 ਪੈਰੇ ਦੇ ਵਿੱਚ ਜਿਹੜੇ ਮਸਲੇ ਲੈ ਗਏ ਹੈ ਉਹਨਾਂ ਦੇ ਉੱਪਰ ਸਰਬ ਸਹਿਮਤੀ ਬਣ ਗਈ ਹੋਈ ਹੈ। ਇਹ ਬਹੁਤ ਵੱਡੀ ਗੱਲ ਹੁੰਦੀ ਹੈ ਦਰਸ਼ਕ ਜੀ। ਇਹ ਗੱਲ ਆਪਾਂ ਨੂੰ ਧਿਆਨ ਵਿੱਚ ਰੱਖਣੀ ਚਾਹੀਦੀ ਹੈ ਕਿ ਜਦੋਂ ਸਰਬ ਸਹਿਮਤੀ ਬਣਦੀ ਆ ਨਾ ਜੀ, ਜਿਹੜੇ ਪਾਰਟੀਸਿਪੈਂਟ ਕੰਟਰੀਜ਼ ਦੀ, ਉਹ ਇਹ ਨਹੀਂ ਕਿ ਇਹਨਾਂ 1-2 ਦਿਨਾਂ ਦੀਆਂ ਮੀਟਿੰਗਸ ਦੇ ਵਿੱਚ ਜਦੋਂ ਹੈਡਸ ਆਫ ਦੀ ਸਟੇਟ ਆਉਂਦੇ ਹੈ ਜਾਂ ਪ੍ਰਾਈਮ ਮਿਨਿਸਟਰ ਆਉਂਦੇ ਹੈ ਜਾਂ ਉਹਨਾਂ ਦੇ ਨੁਮਾਇੰਦੇ ਆਉਂਦੇ ਹੈ ਤੇ ਉਹਨਾਂ 'ਚ ਯਕਦਮ ਕੋਈ ਸਹਿਮਤੀ ਬਣ ਜਾਂਦੀ, ਇੱਦਾਂ ਨਹੀਂ ਹੁੰਦਾ।
ਇਹ ਆਪਾਂ ਨੂੰ ਧਿਆਨ 'ਚ ਰੱਖਣਾ ਚਾਹੀਦਾ ਹੈ ਕਿ ਇਹਦਾ ਜਿਹੜਾ ਹੈ ਪ੍ਰਬੰਧ G20 ਦਾ ਔਰ ਤਿਆਰੀ ਬਹੁਤ ਪਹਿਲਾਂ ਤੋਂ ਸ਼ੁਰੂ ਹੋ ਚੁੱਕੀ ਹੁੰਦੀ ਹੈ ਔਰ ਉਹਦੇ ਵਿੱਚ ਵੱਖ-ਵੱਖ ਦੇਸ਼ਾਂ ਦੇ ਜਿਹੜੇ ਨੁਮਾਇੰਦੇ ਆਉਂਦੇ ਆ ਨਾ, ਜਿਨ੍ਹਾਂ ਨੂੰ ਸ਼ੇਰਪਾ ਵੀ ਕਿਹਾ ਗਿਆ ਉਹਨਾਂ ਦੀ, ਯਾਨੀ ਕਿ ਹੈਡਸ ਆਫ ਸਟੇਟ ਦੇ ਰਿਪਰੈਜ਼ੈਂਟੇਟਿਵ ਜਿਹੜੇ ਆਏ ਸੀਗੇ, ਉਹ ਵੱਖ-ਵੱਖ ਖੇਤਰਾਂ ਦੇ ਜਿਹੜੇ ਐਕਸਪਰਟਸ ਹੁੰਦੇ ਆ ਨਾ ਜੀ, ਉਹ ਹਿੰਦੁਸਤਾਨ ਵਿੱਚ ਆਉਂਦੇ ਰਹੇ। ਉਹਨਾਂ ਦੀਆਂ ਵੱਖ-ਵੱਖ ਜਿਹੜੀਆਂ ਮੀਟਿੰਗਸ ਵੱਖ-ਵੱਖ ਥਾਵਾਂ ਤੇ ਮੀਟਿੰਗਸ ਹੁੰਦੀਆਂ ਰਹੀਆਂ, ਵਿਚਾਰ ਵਟਾਂਦਰੇ ਹੁੰਦੇ ਰਹੇ ਔਰ ਉਹਨਾਂ ਬਾਰੇ ਸਰਮ ਸਹਿਮਤੀ ਬਣਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਰਹੀ। ਜਿਹੜੀ ਜਿੱਥੇ ਸਰਬ ਸਹਿਮਤੀ ਨਹੀਂ ਸੀ ਉੱਥੇ ਹੁੰਦੀ, ਉਹਨਾਂ ਚਿਰ ਉਹ ਵਾਰ-ਵਾਰ ਮੀਟਿੰਗਸ ਉਹਨਾਂ ਪ੍ਰਤੀਨਿਧਾਂ ਦੀ ਹੁੰਦੀ ਰਹਿੰਦੀ ਸੀ। ਤੁਹਾਡੇ ਦਰਸ਼ਕਾਂ ਦੇ ਧਿਆਨ ਵਿੱਚ ਇਹ ਆਪਾਂ ਗੱਲ ਲੈ ਆਈਏ ਕਿ ਸਭ ਤੋਂ ਜਿਹੜਾ ਕੰਟਰੋਵਰਸ਼ੀਅਲ ਇਸ਼ੂ ਸੀ ਨਾ ਜੀ, ਉਹ ਸੀਗਾ ਯੂਕਰੇਨ ਬਾਰੇ, ਕਿ ਯੂਕਰੇਨ ਦਾ ਮਸਲਾ, ਕਿਉਂਕਿ ਬਾਲੀ ਦੇ ਵਿੱਚ ਉਦੋਂ ਰੈਜ਼ੋਲਿਊਸ਼ਨ ਹੋਇਆ ਸੀਗਾ ਤੇ ਉਹ ਆਪਾਂ ਨੂੰ ਪਤਾ, ਜਿਸ ਤਰ੍ਹਾਂ ਪਹਿਲਾਂ ਜ਼ਿਕਰ ਕਰ ਚੁੱਕੇ ਹਾਂ, ਕਿ ਉਹਦੇ ਵਿੱਚ ਰੂਸ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਸੀ ਤੇ ਉਹ ਹੁਣ ਇੱਥੇ ਉਹ ਮਸਲਾ ਆ ਗਿਆ ਕਿ ਕੀ ਰੂਸ ਨੂੰ ਹੀ ਜ਼ਿੰਮੇਵਾਰ ਠਹਿਰਾਇਆ ਜਾਏ ਤੇ ਉਹਦੇ ਖਿਲਾਫ ਕੋਈ ਰੈਜ਼ੋਲਿਊਸ਼ਨ ਪਾਸ ਕੀਤਾ ਜਾਏ। ਇਹ ਬਹੁਤ ਅੜਿੱਕੇ ਵਾਲੀ ਗੱਲ ਸੀ, ਇੱਥੇ ਸਹਿਮਤੀ ਨਹੀਂ ਸੀ ਹੋ ਸਕਦੀ। ਤੇ ਜਿਹੜੀਆਂ ਵੈਸਟਰਨ ਪਾਵਰਸ ਜੇ ਹੈਗੀਆਂ, ਯਾਨੀ ਕਿ ਪੱਛਮੀ ਦੇਸ਼ਾਂ ਦੀਆਂ ਤਾਕਤਵਰ ਕੰਟਰੀਜ਼ ਹੈਗੀਆਂ, ਤਾਕਤਾਂ ਹੈਗੀਆਂ, ਉਹਨਾਂ ਦੀ ਕੋਸ਼ਿਸ਼ ਇਹੀ ਸੀ ਕਿ ਰਸ਼ੀਆ ਨੂੰ ਜ਼ਿੰਮੇਵਾਰ ਠਹਿਰਾਇਆ ਜਾਏ, ਜਿਵੇਂ ਕਿ ਬਾਲੀ ਦੇ ਵਿੱਚ ਇੰਡੋਨੇਸ਼ੀਆ ਵਿੱਚ ਠਹਿਰਾਇਆ ਗਿਆ ਸੀਗਾ। ਪਰ ਇਹ ਗੱਲ ਸੰਭਵ ਨਹੀਂ ਸੀ ਹੋਈ, ਕਿਉਂਕਿ ਇਹਦੇ ਵਿੱਚ ਰੂਸ ਔਰ ਚੀਨ ਦੇ ਭਾਵੇਂ ਉਹ ਰਾਜ ਦੇ ਮੁਖੀ ਨਹੀਂ ਆਏ, ਨਾ ਪੁਤਿਨ ਹੁਣੀ ਆਏ, ਨਾ ਸ਼ੀ ਜਿਨਪਿੰਗ ਆਏ, ਪਰ ਉਹਨਾਂ ਦੇ ਪ੍ਰਤੀਨਿਧ ਤੇ ਆਏ। ਉਹਨਾਂ ਦੇ ਪ੍ਰਤੀਨਿਧਾਂ ਨਾਲ ਜਦੋਂ ਗੱਲ ਹੁੰਦੀ ਸੀ ਤੇ ਉਹ ਇਸ ਗੱਲ ਤੇ ਸਹਿਮਤੀ ਨਹੀਂ ਸੀ ਬਣਦੀ। ਸੋ ਜਿਸ ਢੰਗ ਨਾਲ ਸਹਿਮਤੀ ਬਣਾਈ ਗਈ, ਮੈਨੂੰ ਲੱਗਦਾ ਹੈ ਕਿ ਉਹਦੇ ਵਿੱਚ ਭਾਰਤ ਦੀ ਨੈਗੋਸੀਏਸ਼ਨ ਦੀ ਸਕਿੱਲ, ਜਿਸ ਨੂੰ ਆਪਾਂ ਕਹਿੰਦੇ ਹਾਂ, ਕਿ ਆਪਸੀ ਸਮਝੌਤਾ ਕਰਾਉਣ ਦੀ ਸਮਰੱਥਾ, ਵੱਖ-ਵੱਖ ਵਿਚਾਰਾਂ ਨੂੰ ਇੱਕ ਸੁਰ ਕਰਨ ਦੀ ਸਮਰੱਥਾ ਜਿਹੜੀ ਹੈ, ਉਹ ਜ਼ਰੂਰ ਸਾਹਮਣੇ ਆਈ ਹੈ ਕਿ ਕਿਸ ਤਰ੍ਹਾਂ ਵੱਖ-ਵੱਖ ਵਿਚਾਰਧਾਰਾਵਾਂ ਨੂੰ ਮੇਲ ਕੇ ਇੱਕ ਸਾਂਝੀ ਰਾਏ ਬਣਾਉਣ ਦੀ ਕੋਸ਼ਿਸ਼ ਕੀਤੀ ਗਈ। ਸੋ ਇਹਦੇ ਵਿੱਚ ਆਪਾਂ ਜੀ ਦਰਸ਼ਕ ਜੀ, ਜਿਵੇਂ ਡਾਕਟਰ ਸਾਹਿਬ ਨੇ ਦੱਸਿਆ ਕਿ ਇਹ ਜਿਹੜੀ ਨੈਗੋਸ਼ੀਏਸ਼ਨ ਹੋਈ, ਜਿਹੜਾ ਆਪਾਂ ਡੈਕਲੇਰੇਸ਼ਨ ਕਹਿੰਦੇ ਆ, ਉਹਦੇ ਵਿੱਚ ਭਾਰਤ ਦੀ ਅਹਿਮ ਭੂਮਿਕਾ ਰਹੀ ਵੱਖ-ਵੱਖ ਮੁੱਦਿਆਂ ਉੱਤੇ ਸਾਰੇ ਮੁਲਕਾਂ ਨੂੰ ਸਹਿਮਤ ਕਰਨ ਵਾਸਤੇ। ਤੇ ਇਹ ਵੀ ਦੱਸ ਦਈਏ ਦਰਸ਼ਕਾਂ ਨੂੰ ਕਿ ਇਹ ਜਿਹੜੀ ਡੈਕਲੇਰੇਸ਼ਨ ਤਿਆਰ ਕੀਤੀ ਹੈ, ਜਿਹੜਾ ਐਲਾਨਨਾਮਾ ਤਿਆਰ ਕੀਤਾ, ਇਹਦੇ ਉੱਤੇ 200 ਘੰਟੇ ਜਿਹੜੀ ਹੈਗੀ ਗੱਲਬਾਤ ਹੋਈ ਹੈ, ਤਾਂ ਕਿ ਇਹ ਜਾ ਕੇ ਐਲਾਨਨਾਮਾ ਬਣਿਆ। ਇਹ ਗੱਲਬਾਤ ਜਾਰੀ ਰਹੂਗੀ, ਲੈਣੇ ਇੱਕ ਬ੍ਰੇਕ। ਚਰਚਾ ਬ੍ਰੇਕ ਤੋਂ ਬਾਅਦ ਫਿਰ ਹਾਜ਼ਰ ਹੁੰਦੇ ਆ। ਡਾਕਟਰ ਸਾਹਿਬ ਨੇ ਇਸ ਸਾਰੇ ਆਯੋਜਨ ਨੂੰ ਬੜੇ ਬਰੀਕੀ ਨਾਲ ਦੇਖਿਆ ਤੇ ਉਂਝ ਵੀ ਤੁਹਾਨੂੰ ਪਤਾ ਹੀ ਹੈ ਕਿ ਇਹ ਚਾਹੇ ਭਾਰਤ ਦੇ ਸਿਆਸੀ ਮੁੱਦੇ ਹੋਣ ਜਾਂ ਕੌਮਾਂਤਰੀ ਪੱਧਰ ਦੇ ਮੁੱਦੇ ਹੋਣ, ਤੇ ਇਹਨਾਂ ਦਾ ਵਿਸ਼ਾ ਵੀ ਪੋਲੀਟੀਕਲ ਸਾਇੰਸ ਤੇ ਹੈ, ਤੇ ਉਹਨਾਂ ਨੇ ਇਹ ਇੱਕ ਗੱਲ ਤੁਹਾਨੂੰ ਬੜੀ ਬਰੀਕੀ ਨਾਲ ਸਮਝਾਈ ਵੀ ਹੈ। ਡਾਕਟਰ ਸਾਹਿਬ, ਜਿਹੜੇ ਇਹਦੇ ਵਿੱਚ ਮਹੱਤਵਪੂਰਨ ਮੁੱਦੇ ਦਾ ਤੁਸੀਂ ਇੱਕ ਗੱਲ ਦੱਸੀ ਹੈ ਕਿ ਜਿਹੜੇ ਜਿਹੜਾ ਰੂਸ ਤੇ ਯੂਕਰੇਨ ਦਾ ਜਿਹੜਾ ਲੜਾਈ ਚੱਲ ਰਹੀ ਆ, ਯੁੱਧ ਚੱਲ ਰਿਹਾ, ਉਹ ਇੱਕ ਵਿਵਾਦਗ੍ਰਸਤ ਮੁੱਦਾ ਸੀਗਾ ਤੇ ਉਹਦੇ ਉੱਤੇ ਵੀ ਸਹਿਮਤੀ ਬਣਾਈ ਹੈ। ਹੋਰ ਕਿਹੜੇ ਮੁੱਦੇ ਸੀਗੇ ਜਿਨ੍ਹਾਂ ਦੇ ਉੱਤੇ ਇਸ ਜਿਹੜਾ ਹੈਗਾ, ਜਿਹੜੇ ਪੂਰੀ ਦੁਨੀਆ ਦੇ ਨਾਲ ਜੁੜੇ ਹੋਏ ਨੇ, ਜਿਹੜੇ ਇਸ ਡੈਕਲੇਰੇਸ਼ਨ ਦੇ ਵਿੱਚ ਸ਼ਾਮਲ ਨੇ? ਦਰਸ਼ਕ ਜੀ, ਤੁਹਾਡਾ ਸਵਾਲ ਬਹੁਤ ਵਾਜਬ ਹੈ। ਉਹਦੇ 'ਚ ਮੈਂ ਇਸ ਤੁਹਾਡੇ ਸਵਾਲ ਦਾ ਜਵਾਬ ਦੇਣ ਤੋਂ ਪਹਿਲਾਂ ਮੈਂ ਇੱਕ ਨਿੱਕੀ ਜਿਹੀ ਗੱਲ ਹੋਰ ਜਾਣਕਾਰੀ ਆਪਣੇ ਸਰੋਤਿਆਂ ਨਾਲ ਸਾਂਝੀ ਕਰ ਲਈਏ। ਇੱਕ ਉਹ ਇਹ ਹੈ ਕਿ ਇਹਦੀ ਮੈਂਬਰਸ਼ਿਪ ਜਿਹੜੀ ਆ ਨਾ, ਇਹਦੇ ਬਾਰੇ ਵੀ ਕੁਝ ਦੇਸ਼ਾਂ ਨੇ ਕਿੰਤੂ ਪਰੰਤੂ ਵੀ ਪਹਿਲਾਂ ਕਰਦੇ ਸੀਗੇ।
ਖਾਸ ਕਰਕੇ ਯੂਰਪ ਦੇ ਕੁਝ ਦੇਸ਼ ਜਿਹੜੇ ਕਿ ਯੂਰੋਪੀਅਨ ਯੂਨੀਅਨ ਦੇ ਮੈਂਬਰ ਨਹੀਂ ਸੀਗੇ, ਉਹ ਆਪੋਜੀਸ਼ਨ ਵੀ ਕਰਦੇ ਸੀਗੇ ਕਿ ਵੀ ਇਹ ਰਿਪਰੈਜ਼ੈਂਟੇਟਿਵ ਨਹੀਂ ਹੈ ਸਾਡੇ ਬਿਨਾਂ ਤੇ ਯੂਰੋਪੀਅਨ ਯੂਨੀਅਨ ਜਿਹੜੇ ਮੈਂਬਰ ਨਹੀਂ ਸੀ, ਜਿਸ ਤਰ੍ਹਾਂ ਆਪਣਾ ਆਪਾਂ ਕਹਿੰਦੇ ਸਕੈਂਡੀਨੇਵੀਅਨ ਕੰਟਰੀ ਸੀ, ਨਾਰਵੇ ਨਹੀਂ ਸੀਗੇ ਔਰ ਡੈਨਮਾਰਕ ਨਹੀਂ ਸੀਗੇ, ਔਰ ਇਸ ਤਰ੍ਹਾਂ ਉਹ ਸਪੇਨ ਵਾਲੇ ਵੀ ਆਬਜੈਕਟ ਕਰਦੇ ਸੀਗੇ, ਪੋਲੈਂਡ ਵੀ ਆਬਜੈਕਟ ਕਰਦਾ ਸੀ। ਪਰ ਅਲਟੀਮੇਟਲੀ ਹੁਣ ਉਹ ਕੋਈ ਰੌਲਾ ਨਹੀਂ ਰਿਹਾ ਕਿਉਂਕਿ ਉਹਨਾਂ ਨੂੰ ਵੀ ਉਹਨਾਂ ਦੇ ਨੁਮਾਇੰਦੇ ਵੀ ਇਹ ਸ਼ਾਮਲ ਇਹਦੇ ਵਿੱਚ ਹੋ ਜਾਂਦੇ। ਖੈਰ ਐਨੀਹਾਊ, ਜਿਹੜੀ ਗੱਲ ਤੁਸੀਂ ਕਹੀ ਹੈ ਕਿ ਇਹ ਤਾਂ ਮਸਲਾ ਜਿਹੜਾ ਨਾ ਜਿਹਨੂੰ ਆਪਾਂ ਕਿ ਕ੍ਰਿਟੀਕਲ ਮਸਲਾ ਇਹ ਸੀਗਾ ਕਿ ਇਹਨੂੰ ਕਿਵੇਂ ਰਿਜ਼ੋਲਵ ਕੀਤਾ ਜਾਏ ਯੂਕਰੇਨ ਵਾਲੇ ਨੂੰ, ਉਹਨੂੰ ਇਹਨਾਂ ਨੇ ਰਿਜ਼ੋਲਵ ਇਸ ਤਰ੍ਹਾਂ ਢੰਗ ਨਾਲ ਕੀਤਾ ਕਿ ਯੂਕਰੇਨ ਔਰ ਰੂਸ ਦਾ ਜਿਹੜਾ ਚੱਲ ਰਿਹਾ ਹੋਇਆ ਇਹਦਾ ਦੁਨੀਆ ਦੀ ਆਰਥਿਕਤਾ ਤੇ ਬਹੁਤ ਬੁਰਾ ਅਸਰ ਪੈ ਰਿਹਾ ਹੋਇਆ, ਕਿਉਂਕਿ ਉਹ ਬੇਸਿਕਲੀ ਇਹ ਗਰੁੱਪ 20 ਜਿਹੜਾ ਹੈ ਨਾ ਕਿ ਆਰਥਿਕਤਾ ਨਾਲ, ਮੁਦਰਾ ਨਾਲ, ਸਿਹਤ ਨਾਲ, ਇਹਦੇ ਨਾਲ ਸੰਬੰਧਿਤ ਹੈ ਨਾ ਜੀ, ਔਰ ਗਲੋਬਲ ਐਨਵਾਇਰਨਮੈਂਟ ਨਾਲ ਹੈ, ਡਿਵੈਲਪਮੈਂਟ ਨਾਲ ਸੰਬੰਧਿਤ ਹੈਗਾ। ਸੋ ਉਹਨਾਂ ਨੇ ਇਹ ਜਿਹੜੀ ਵਾਰ ਦੀ ਸਿਚੁਏਸ਼ਨ ਹੈਗੀ ਹੈ ਇਸ ਨੂੰ ਦੁਨੀਆ ਦੀ ਆਰਥਿਕਤਾ ਨਾਲ ਜੋੜ ਕੇ ਇਹਦੇ ਤੇ ਫਿਰ ਉਹਨਾਂ ਨੇ ਆਪਣਾ ਵਿਚਾਰ ਪ੍ਰਗਟ ਕੀਤਾ। ਔਰ ਇਹਦੇ ਨਾਲ ਮੈਂ ਤਾਂ ਇਹ ਜ਼ਰੂਰੀ ਸਮਝਦਾ, ਬਾਕੀ ਗੱਲਾਂ ਤੇ ਆਪਾਂ ਬਾਅਦ ਚ ਆਉਂਦੇ ਆ, ਪਰ ਇਹ ਮੁੱਦਾ ਇੰਨਾ ਮਹੱਤਵਪੂਰਨ ਸੀਗਾ ਕਿ ਇਹਦੇ ਵਿੱਚ ਦੇਖੋ ਭਾਰਤ ਦਾ ਇੰਟਰਸਟ ਦੋਹਰਾ ਸੀ, ਜਿਹਦੇ ਵਿੱਚ ਮੈਂ ਸਮਝਦਾ ਹਾਂ ਕਿ ਇੰਡੀਆ ਨੂੰ ਕਾਮਯਾਬੀ ਮਿਲੀ। ਪਹਿਲੀ ਗੱਲ ਤਾਂ ਇਹ ਹੈ ਕਿ ਇਹਨਾਂ ਨੇ ਇਹ ਗੱਲ ਸ਼ਾਮਲ ਕਰ ਲਈ ਆਪਣੇ ਇਹ ਡੈਕਲੇਰੇਸ਼ਨ 'ਚ ਕਿ ਕੋਈ ਵੀ ਦੇਸ਼ ਕਿਸੇ ਦੂਸਰੇ ਦੇਸ਼ ਦੀ ਜ਼ਮੀਨ ਨੂੰ ਤਾਕਤ ਨਾਲ ਹਥਿਆਏਗਾ ਨਹੀਂ, ਯਾਨੀ ਕਿ ਐਗਰੈਸ਼ਨ ਨਾਲ। ਹੁਣ ਇਸ ਵੇਲੇ ਆਪਾਂ ਨੂੰ ਪਤਾ ਕਿ ਰੂਸ ਨੇ ਹੀ ਇਹ ਕੀਤਾ ਸੀ ਨਾ, ਯੂਕਰੇਨ ਦੀ ਕੋਈ ਟੈਰੀਟਰੀ ਜਿਹੜੀ ਆ ਉਹਨਾਂ ਨੂੰ ਆਪਣੇ ਵਿੱਚ ਸ਼ਾਮਲ ਕਰਨੀ, ਉੱਥੇ ਇਲੈਕਸ਼ਨਾਂ ਵੀ ਹੁਣ ਉਹਨਾਂ ਨੇ ਕਰਵਾਉਣ ਦੀ ਕੋਸ਼ਿਸ਼ ਕੀਤੀ ਹੈ। ਸੋ ਇਨਡਾਇਰੈਕਟਲੀ ਉਹਨਾਂ ਨੇ ਇਹ ਕਹਿਤਾ ਤੇ ਇੰਡੀਆ ਦਾ ਵੀ ਇਹੀ ਇੰਟਰਸਟ ਹੈ ਜਿਸ ਤਰ੍ਹਾਂ ਦਾ ਆਪਾਂ ਨੂੰ ਥ੍ਰੈਟ ਹੈ ਚਾਈਨਾ ਵੱਲੋਂ, ਕਿ ਹੁਣ ਚਾਈਨਾ ਵੱਲੋਂ ਜਿਸ ਨੂੰ ਆਪਾਂ ਲਾਈਨ ਆਫ ਐਕਚੁਅਲ ਕੰਟਰੋਲ ਕਹਿੰਦੇ ਹਾਂ, ਉਹਦੇ ਬਾਰੇ ਵੀ ਇਹ ਗੱਲ ਪਾਉਣੀ ਕਿ ਕੋਈ ਵੀ ਦੇਸ਼ ਕਿਸੇ ਦੂਸਰੇ ਦੇਸ਼ ਦੀ ਸਾਵਰਨਟੀ, ਪ੍ਰਭੂ ਸੱਤਾ ਨੂੰ ਚੈਲੰਜ ਨਹੀਂ ਕਰੇਗਾ ਔਰ ਉਹਦੀ ਧਰਤੀ ਦੇ ਉੱਪਰ ਕਿਸੇ ਤਰ੍ਹਾਂ ਦਾ ਅਟੈਕ ਨਹੀਂ ਹੋਏਗਾ। ਪਹਿਲੀ ਗੱਲ ਤਾਂ ਇਹ ਇਹਦੇ ਵਿੱਚ ਸ਼ਾਮਲ ਕਰ ਲਈ। ਦੂਸਰਾ ਮੁੱਦਾ ਜਿਹੜਾ ਸੀ ਉਹ ਸੀ ਟੈਰਰਿਜ਼ਮ ਦਾ, ਜਿਸ ਨੂੰ ਆਪਾਂ ਕਹਿੰਦੇ ਆ ਆਤੰਕਵਾਦ ਦਾ, ਕਿ ਆਤੰਕਵਾਦੀ ਜਿਹੜੇ ਗਰੁੱਪ ਹਨ ਉਹਨਾਂ ਦੀ ਆਰਥਿਕਤਾ ਹੈਗੀ ਹੈ। ਜਦੋਂ ਉਹਨਾਂ ਨੂੰ ਆਪਾਂ ਆਤੰਕਵਾਦੀ ਗਰੁੱਪਾਂ ਦੀ ਆਰਥਿਕਤਾ ਜਿਹੜੀ ਹੈ ਉਹਨਾਂ ਨੂੰ ਮਜ਼ਬੂਤ ਹੋਣ ਦੀ ਇਜਾਜ਼ਤ ਦੇ ਦਿੰਦੇ ਆ ਤੇ ਆਤੰਕਵਾਦੀ ਗਰੁੱਪ ਜਿਹੜੇ ਆ ਉਹ ਬਹੁਤ ਤਰਥੱਲੀ ਮਚਾਉਂਦੇ ਆ, ਬਹੁਤ ਨੁਕਸਾਨ ਪਹੁੰਚਾਉਂਦੇ ਆ, ਅੰਤਰਰਾਸ਼ਟਰੀ ਪੱਧਰ ਤੇ ਸ਼ਾਂਤੀ ਸਥਾਪਿਤ ਨਹੀਂ ਹੋਣ ਦਿੰਦੇ। ਸੋ ਉਸ ਪ੍ਰਥਾਏ ਵੀ ਜਿਹੜਾ ਫੈਸਲਾ ਇੱਕ ਡੈਕਲੇਰੇਸ਼ਨ ਦੇ ਵਿੱਚ ਦਰਸ਼ਕ ਜੀ ਲਿਆ ਗਿਆ ਉਹ ਇਹ ਹੈ ਕਿ ਟੈਰਰਿਜ਼ਮ ਕਿਸੇ ਵੀ ਰੂਪ ਵਿੱਚ ਹੋਵੇ, ਚਾਹੇ ਉਹ ਸਿਆਸੀ ਹੋਵੇ, ਚਾਹੇ ਧਾਰਮਿਕ ਹੋਵੇ, ਚਾਹੇ ਐਥਨਿਕ ਹੋਵੇ, ਕਿਸੇ ਵੀ ਰੂਪ ਵਿੱਚ ਹੋਵੇ, ਉਹ ਟੈਰਰਿਜ਼ਮ ਨੂੰ ਕੋਈ ਵੀ ਦੇਸ਼ ਫੰਡ ਨਹੀਂ ਕਰੇਗਾ, ਕੋਈ ਵੀ ਟੈਰਰਿਸਟ ਨੂੰ ਪਨਾਹ ਨਹੀਂ ਦੇਗਾ, ਕੋਈ ਵੀ ਦੇਸ਼ ਉਹਨਾਂ ਨੂੰ ਉਤਸ਼ਾਹਿਤ ਨਹੀਂ ਕਰੇਗਾ। ਇਹ ਫੈਸਲਾ ਵੀ ਇਸ ਜਿਹੜੀ ਡੈਕਲੇਰੇਸ਼ਨ ਹੋਈ ਹੈ ਇਹਦੇ ਵਿੱਚ ਹੋ ਗਿਆ। ਔਰ ਆਪਾਂ ਨੂੰ ਪਤਾ ਹੀ ਹੈ ਕਿ ਜਿਹੜੀਆਂ ਟੈਰਰਿਸਟ ਆਰਗੇਨਾਈਜੇਸ਼ਨਸ ਕੁਝ ਹੈਗੀਆਂ ਜਿਨ੍ਹਾਂ ਤੋਂ ਭਾਰਤ ਡਰਿਆ ਹੋਇਆ, ਜਿਹਨਾਂ ਨੂੰ ਆਪਾਂ ਕਹਿੰਦੇ ਥ੍ਰੈਟਨਡ ਫੀਲ ਕਰਦਾ, ਚਾਹੇ ਉਹ ਆਪਾਂ ਨੂੰ ਲੱਗੇ ਕਿ ਕਸ਼ਮੀਰ ਦੇ ਵਿੱਚ ਖਾਸ ਕਰਕੇ ਜ਼ਿਆਦਾ ਜਿਹੜੀਆਂ ਹੈਗੀਆਂ ਜਿੱਥੇ ਉਹਨਾਂ ਨੂੰ ਟ੍ਰੇਨਿੰਗ ਦੇ ਕੇ ਭੇਜਿਆ ਜਾਂਦਾ। ਸੋ ਮੈਂ ਸਮਝਦਾ ਕਿ ਇਹ ਵੀ ਡੈਕਲੇਰੇਸ਼ਨ ਯੂਨੀਵਰਸਲੀ ਐਕਸੈਪਟਡ ਜਿਹੜੀ ਹੈ ਉਹ ਇਹ ਪ੍ਰਵਾਨ ਹੋ ਗਈ। ਇਹ ਤਾਂ ਸੀਗੇ ਸਿਆਸੀ ਪੱਖ ਜਿਨ੍ਹਾਂ ਦੇ ਮੈਂ ਮੁੱਢ 'ਚ ਪਹਿਲਾਂ ਗੱਲ ਕਰ ਰਿਹਾ। ਹੁਣ ਰਹਿਣਾ ਦੂਜੀਆਂ ਗੱਲਾਂ ਤੇ, ਉਹ ਹੈਗਾ ਕਿ ਇਸ ਵਾਰ ਜਿਹੜੇ ਕੇਂਦਰ ਵਿੱਚ ਰਹੇ ਨਾ ਜੀ ਦੋ ਚੀਜ਼ਾਂ ਜਿਹੜੀਆਂ ਇਹ G20 ਸੈਸ਼ਨ ਦੀਆਂ, ਉਹ ਇਹ ਸੀਗਾ ਕਿ ਜਿਹੜਾ ਆਰਥਿਕ ਵਿਕਾਸ ਹੋਣਾ ਉਹਦਾ ਦਿਸ਼ਾ ਕੀ ਹੋਏ, ਉਹਦੇ ਕੇਂਦਰ ਬਿੰਦੂ ਕੀ ਹੋਣ, ਉਹ ਕਿਸ ਦਿਸ਼ਾ ਦੇ ਵਿੱਚ ਕੀਤਾ ਜਾਏ। ਉਹ ਦੋ ਗੋਲਜ਼ ਸਥਾਪਿਤ ਜਿਹੜੇ ਹੋਏ, ਜਿਹੜੇ ਪਹਿਲਾਂ ਵੀ ਇਹ ਜ਼ਿਕਰ ਹੁੰਦਾ ਰਿਹਾ ਪਰ ਇਸ ਵਾਰ ਜ਼ਿਆਦਾ ਜ਼ੋਰ ਨਾਲ ਉਹਨਾਂ ਨੂੰ ਅੰਡਰਲਾਈਨ ਕੀਤਾ ਗਿਆ। ਪਹਿਲਾ ਤਾਂ ਇਹ ਸੀ
ਕਿ ਜਿੰਨੀ ਵੀ ਆਰਥਿਕ ਡਿਵੈਲਪਮੈਂਟ ਹੋਣੀ ਹੈ ਜਾਂ ਹੋਣੀ ਚਾਹੀਦੀ ਹੈ ਆਪਸੀ ਕੋਆਪਰੇਸ਼ਨ ਨਾਲ, ਉਹ ਹਿਊਮਨ ਸੈਂਟਰਿਕ ਹੋਣੀ ਚਾਹੀਦੀ ਹੈ। ਯਾਨੀ ਕਿ ਉਹ ਮਨੁੱਖ ਦੀ ਬਹਿਬੂਦੀ ਤੇ, ਮਨੁੱਖ ਦੇ ਭਲੇ ਤੇ ਆਧਾਰਿਤ ਹੋਣੀ ਚਾਹੀਦੀ ਹੈ। ਮਨੁੱਖ ਦੀ ਐਕਸਪਲੋਇਟੇਸ਼ਨ ਤੇ ਆਧਾਰਿਤ ਨਹੀਂ ਹੋਣੀ ਚਾਹੀਦੀ। ਆਮ ਤੌਰ ਤੇ ਆਪਾਂ ਇਹੀ ਜਾਣਦੇ ਆਪਾਂ ਨੂੰ ਪਤਾ ਹੈ ਨਾ ਕਿ ਆਰਥਿਕ ਉન્નਤੀ ਵਾਸਤੇ ਮਨੁੱਖੀ ਆਜ਼ਾਦੀ ਔਰ ਡਿਗਨਿਟੀ, ਜਿਸ ਨੂੰ ਕਹਿੰਦੇ ਹਿਊਮਨ ਡਿਗਨਿਟੀ, ਉਹ ਕੁਰਬਾਨ ਕਰ ਦਿੱਤੀ ਜਾਂਦੀ ਹੈ। ਸੋ ਇਸ ਵੇਲੇ ਆਦਰਸ਼ ਇਹ ਰੱਖਿਆ ਗਿਆ ਕਿ ਜਿਹੜੀ ਇਕਨੋਮਿਕ ਕੋਆਪਰੇਸ਼ਨ ਹੋਣੀ ਹੈ ਜਾਂ ਡਿਵੈਲਪਮੈਂਟ ਕਰਨੀ ਹੈ ਆਪਾਂ ਸਾਰੇ ਦੇਸ਼ਾਂ ਨੇ ਰਲ ਕੇ, ਉਹ ਹਿਊਮਨ ਸੈਂਟਰਿਕ ਹੋਵੇ, ਮਨੁੱਖ ਦਾ ਕਿ ਬਹਿਬੂਦੀ ਕਿਵੇਂ ਹੋਵੇ, ਮਨੁੱਖ ਦੀ ਐਕਸਪਲੋਇਟੇਸ਼ਨ ਨਾ ਹੋਵੇ। ਔਰ ਦੂਸਰਾ ਜਿਹੜਾ ਇਹ ਹੈ ਕਿ ਐਨਵਾਇਰਨਮੈਂਟ ਦਾ ਜ਼ਰੂਰ ਧਿਆਨ ਰੱਖਿਆ ਜਾਏ ਕਿ ਇਹ ਨਾ ਹੋਵੇ ਕਿ ਅਸੀਂ ਤਰੱਕੀ, ਆਰਥਿਕ ਤਰੱਕੀ ਤੇ ਕਰਦੇ ਰਹੀਏ, ਟੈਕਨੋਲੋਜੀਕਲ ਤਰੱਕੀ ਆਪਾਂ ਕਰਦੇ ਰਹੀਏ ਤੇ ਐਨਵਾਇਰਨਮੈਂਟ ਦਾ ਆਪਾਂ ਨੁਕਸਾਨ ਕਰ ਦਈਏ ਤੇ ਅਸੀਂ ਇਹ ਧਰਤੀ ਰਹਿਣ ਯੋਗ ਹੀ ਨਾ ਹੋਵੇ। ਇਹ ਗੱਲਾਂ ਪਹਿਲਾਂ ਵੀ ਆਈਆਂ, ਪਰ ਇਸ ਵੇਲੇ ਜਦੋਂ ਇਹ ਫੈਸਲੇ ਹੋਏ ਆ ਨਾ ਜੀ ਦਰਸ਼ਕ ਜੀ, ਇਹਨਾਂ ਨੂੰ ਆਪਾਂ ਕਹੀਏ ਕਿ ਕੇਂਦਰ ਵਿੱਚ ਰੱਖਿਆ ਗਿਆ ਹੈ ਕਿ ਇਹਨਾਂ ਦੋ ਗੱਲਾਂ ਨੂੰ ਧਿਆਨ ਵਿੱਚ ਰੱਖ ਕੇ ਜਿਹੜਾ ਹੈ ਆਰਥਿਕ ਉન્નਤੀ ਕਰਨ ਦੀ ਕੋਸ਼ਿਸ਼ ਕੀਤੀ ਜਾਏ, ਕੋਆਪਰੇਸ਼ਨ ਕਰਨ ਦੀ ਕੋਸ਼ਿਸ਼ ਕੀਤੀ ਜਾਏ। ਔਰ ਇਹਦੇ ਨਾਲ ਹੀ ਇੱਕ ਗੱਲ ਜਿਹੜੀ ਹੈਗੀ ਹੈ ਉਹ ਇਹ ਹੈ ਕਿ ਜਿਹੜੀ ਡਿਵੈਲਪਮੈਂਟ ਹੋਣੀ ਹੈ ਨਾ ਜੀ, ਜਿਹਨੂੰ ਆਪਾਂ ਕਹਿੰਦੇ ਆ, ਉਹ ਹੈ ਸਸਟੇਨੇਬਲ ਗਲੋਬਲ ਡਿਵੈਲਪਮੈਂਟ, SGD ਜਿਸ ਨੂੰ ਆਪਾਂ ਕਹਿੰਦੇ। ਯਾਨੀ ਕਿ ਇਹ ਜਿਹੜੀ ਆਪਾਂ ਡਿਵੈਲਪਮੈਂਟ ਕਰਦੇ, ਇਹ ਨਾ ਹੋਵੇ ਕਿ ਥੋੜ੍ਹ ਚਿਰੀ ਨਾ ਹੋਵੇ ਕਿ ਆਪਾਂ ਇਹ ਕਰ ਲਈਏ ਵੀ ਆ ਦੇਖੋ ਸਾਨੂੰ ਹੁਣ ਫੌਰੀ ਮਸਲੇ ਸਾਡੇ ਆ ਗਏ ਹੈ ਤੇ ਉਹਦੇ ਵਿੱਚ ਅਸੀਂ ਸਾਰੀ ਟੈਕਨੋਲੋਜੀ ਦੀ ਵਰਤੋਂ ਇਸ ਢੰਗ ਨਾਲ ਕਰ ਲਈਏ ਕਿ ਸਾਰੇ ਰਿਸੋਰਸਿਸ ਨੂੰ ਯਕਦਮ ਹੀ ਅਸੀਂ ਐਕਸਪਲੋਇਟ ਕਰ ਲਈਏ ਤੇ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਅਸੀਂ ਛੱਡੀਏ ਹੀ ਕੁਛ ਨਾ। ਯਾਨੀ ਕਿ ਡਿਵੈਲਪਮੈਂਟ ਮਾਡਲ ਸਾਡਾ ਇਹ ਹੋਣਾ ਚਾਹੀਦਾ ਕਿ ਉਹ ਸਸਟੇਨੇਬਲ ਹੋਵੇ, ਚਿਰਜੀਵੀ ਜਿਸ ਨੂੰ ਆਪਾਂ ਕਹਿੰਦੇ, ਦੇ ਲੰਬੇ ਆਉਣ ਵਾਲੇ ਸਮੇਂ ਵਾਸਤੇ ਵੀ ਉਹ ਡਿਵੈਲਪਮੈਂਟ ਇਸ ਦਿਸ਼ਾ ਵਿੱਚ ਕੀਤੀ ਜਾਏ ਜਾਂ ਇਹੋ ਜਿਹੀਆਂ ਨੀਤੀਆਂ ਘੜੀਆਂ ਜਾਣ ਜਿਹੜੀਆਂ ਕਿ ਬਹੁਤ ਲੰਬੇ ਸਮੇਂ ਤੱਕ ਸਾਡੇ ਓਵਰਆਲ ਗਲੋਬ, ਇਹ ਧਰਤੀ ਔਰ ਇਹਦੇ ਬਸ਼ਿੰਦਿਆਂ ਦੇ ਵਾਸਤੇ ਉਹ ਠੀਕ ਰਹੇ, ਉਹਨਾਂ ਲਈ ਉਸਾਰੂ ਰਹੇ, ਉਹਨਾਂ ਲਈ ਮਾਰੂ ਨਤੀਜੇ ਪੈਦਾ ਨਾ ਕਰੇ। ਇਹਨੂੰ ਸਸਟੇਨੇਬਲ ਗਲੋਬਲ ਡਿਵੈਲਪਮੈਂਟ ਦੇ ਨੂੰ ਵੀ ਇਹ ਕੇਂਦਰ ਵਿੱਚ ਇਸ ਵਾਰ ਰੱਖਿਆ ਗਿਆ ਜੀ। ਇਸ ਪ੍ਰਥਾਏ ਹੀ ਇਹ ਕੋਸ਼ਿਸ਼ ਕੀਤੀ ਗਈ ਕਿ ਇਸ ਵੇਲੇ ਜਿਹੜੇ ਹਨ ਜੀ ਆਪਣੇ ਬੈਂਕਸ ਹੈਗੇ ਆ, ਆਪਾਂ ਨੂੰ ਪਤਾ ਹੈ ਕਿ ਉਹ ਫਾਈਨੈਂਸ਼ੀਅਲ ਮੈਨੇਜਮੈਂਟ ਵਾਸਤੇ IMF ਵੀ ਹੈਗਾ ਤੇ ਇੰਟਰਨੈਸ਼ਨਲ ਬੈਂਕ ਫਾਰ ਰੀਕਨਸਟਰਕਸ਼ਨ ਐਂਡ ਡਿਵੈਲਪਮੈਂਟ, ਜਿਸ ਨੂੰ ਵਰਲਡ ਬੈਂਕ ਵੀ ਕਿਹਾ ਜਾਂਦਾ। ਆਪਾਂ ਨੂੰ ਤੁਹਾਡੇ ਸਰੋਤਿਆਂ ਦੀ ਇਹ ਖੁਸ਼ੀ ਦੀ ਗੱਲ ਵੀ ਹੈਗੀ ਹੈ ਕਿ ਵਰਲਡ ਬੈਂਕ ਦੇ ਜਿਹੜੇ ਹੁਣ ਪ੍ਰਧਾਨ ਬਣੇ 5 ਸਾਲ ਵਾਸਤੇ, ਉਹ ਅਜੇ ਬਾਂਗਾ ਜੀ ਹੈ, ਆਪਣੇ ਪੰਜਾਬੀ ਹੈ, ਸਿੱਖੀ ਸਰੂਪ ਵਿੱਚ ਵੀ ਹੈਗੇ ਹੈ ਔਰ ਪਗੜੀ ਵਾਲਿਆਂ ਦੀ ਸ਼ਾਨ ਵੀ ਵਧਾਉਂਦੇ ਹੈ। ਉਹ ਇਸ ਵੇਲੇ ਵਰਲਡ ਬੈਂਕ ਦੇ ਪ੍ਰਧਾਨ ਵੀ ਹੈਗੇ 5 ਸਾਲ ਵਾਸਤੇ। ਅਮਰੀਕਾ ਬੇਸ ਨੇ, ਇੰਡੀਅਨ ਅਮਰੀਕਨ ਨੇ, ਪਰ ਪੰਜਾਬੀ ਬੈਕਗਰਾਊਂਡ ਦੇ। ਖੈਰ, ਹੁਣ ਇਹ ਮੇਰਾ ਨੁਕਤਾ ਇਹ ਹੈ ਦਰਸ਼ਕ ਜੀ ਕਿ ਇੱਕ ਇਹ ਕਿਹਾ ਗਿਆ ਕਿ ਸਾਨੂੰ ਜਿਹੜੀ ਇਹ ਬੈਂਕਿੰਗ ਸਿਸਟਮ ਵੀ ਹੈਗਾ ਨਾ, ਉਹਦੇ ਵਿੱਚ ਵੀ ਸੁਧਾਰ ਦੀ ਲੋੜ ਆ। ਅੰਤਰਰਾਸ਼ਟਰੀ ਬੈਂਕਿੰਗ ਸਿਸਟਮ ਜਿਸ ਨੂੰ ਆਪਾਂ ਕਹਿੰਦੇ ਆ, ਉਹ ਹੈ ਕਿ ਮਲਟੀਲੈਟਰਲ ਡਿਵੈਲਪਮੈਂਟ ਬੈਂਕਸ ਜਿਹੜੇ MDBs ਜਿਸ ਨੂੰ ਆਪਾਂ ਕਹਿੰਦੇ ਆ, ਉਹ ਵਿਕਸਿਤ ਕੀਤੇ ਜਾਣ, ਨਾ ਕਿ ਸਿਰਫ ਇਹ 2 ਬੈਂਕਸ ਤੇ ਹੀ ਆਧਾਰਿਤ ਸਾਡਾ ਇਹ ਜਿਹੜੀ ਵਿਕਾਸ ਦਾ ਮਾਡਲ ਹੈਗਾ IMF ਜਾਂ ਵਰਲਡ ਬੈਂਕ ਦਾ, ਉਹ ਨਹੀਂ, ਸਗੋਂ ਮਲਟੀਲੈਟਰਲ ਲੈਵਲ ਤੇ। ਯਾਨੀ ਕਿ ਆਪਸੀ, ਫਾਰ ਐਗਜ਼ਾਮਪਲ ਇਹ ਹੈ ਕਿ ਬ੍ਰਿਕਸ ਬਣਿਆ ਸੀਗਾ, ਆਪਾਂ ਨੂੰ ਪਤਾ ਹੈ ਨਾ, ਬ੍ਰਿਕ ਇੱਕ ਕੰਟਰੀ ਦਾ ਗਰੁੱਪ ਹੈਗਾ ਜਿਹਦੇ ਚ ਬ੍ਰਾਜ਼ੀਲ ਹੈਗੀ ਆ, ਰਸ਼ੀਆ ਹੈਗਾ, ਇੰਡੀਆ ਹੈਗਾ, ਚਾਈਨਾ ਹੈਗਾ, ਸਾਊਥ ਅਫਰੀਕਾ ਹੈਗਾ। ਬ੍ਰਿਕਸ ਆ ਪਿੱਛੇ ਜੇ ਮੀਟਿੰਗ ਵੀ ਹੋਈ, ਆਪਾਂ ਨੂੰ ਪਤਾ ਵੀ ਉਹਨਾਂ ਦੀ ਜਿਹੜੀਆਂ
ਇਹ ਦਰਸ਼ਕ ਜੀ ਹੈ ਵੀ ਜਿਹੜੀਆਂ ਛੋਟੀਆਂ ਗਰੁੱਪਸ ਹੈਗੀਆਂ ਉਹ ਆਪਸੀ ਕੋਆਪਰੇਸ਼ਨ ਵਾਸਤੇ, ਡਿਵੈਲਪਮੈਂਟ ਵਾਸਤੇ ਕੋਈ ਸਾਂਝਾ ਫੰਡ ਤਿਆਰ ਕਰ ਲੈਣ। ਜ਼ਰੂਰੀ ਨਹੀਂ ਕਿ IMF ਔਰ ਵਰਲਡ ਬੈਂਕ ਹੀ ਹੋਵੇ, ਤਾਂ ਜੋ ਮਿਊਚੁਅਲ ਇੱਕ ਦੂਸਰੇ ਦੀ ਸਹਾਇਤਾ ਵਾਸਤੇ ਫੰਡ ਰੇਜ਼ ਕੀਤੇ ਜਾ ਸਕਣ। ਸੋ ਕਹਿਣ ਤੋਂ ਭਾਵ ਇਹ ਹੈ ਕਿ ਇਹ ਡੀਸੈਂਟਰਲ ਯਾਨੀ ਕਿ ਫਾਈਨੈਂਸ਼ੀਅਲ ਪਾਵਰ ਜਿਹੜੀ ਹੈਗੀ ਹੈ, ਆਪਾਂ ਨੂੰ ਪਤਾ ਹੈ ਕਿ ਹੁਣ ਡਿਵੈਲਪਡ ਕੰਟਰੀਜ਼ ਜਿਹੜੀਆਂ ਬਹੁਤੀਆਂ ਵੈਸਟਰਨ ਡਿਵੈਲਪ ਕੰਟਰੀਜ਼ ਹੈ, ਹੁਣ ਚਾਈਨਾ ਵਿੱਚ ਆਪਾਂ ਨੂੰ ਪਤਾ ਹੈ ਸ਼ਾਮਲ ਹੈਗਾ, ਪਰ ਜਿਹੜੀਆਂ ਗਲੋਬਲ ਸਾਊਥ ਜਿਸ ਨੂੰ ਕਿਹਾ ਜਾਂਦਾ ਅੰਡਰ ਡਿਵੈਲਪਡ ਕੰਟਰੀਜ਼ ਹੈਗੀਆਂ, ਗਰੀਬ ਮੁਲਕ ਹੈਗੇ ਏਸ਼ੀਆ ਔਰ ਅਫਰੀਕਾ ਦੇ ਔਰ ਮਿਡਲ ਏਸ਼ੀਆ ਦੇ, ਇਹਨਾਂ ਨੂੰ ਵਿਕਸਿਤ ਕਰਨ ਵਾਸਤੇ ਜਿਹੜੇ ਸਾਧਨ ਜਟਾਉਣ ਦੀ ਲੋੜ ਹੈ, ਉਹਨਾਂ ਵਾਸਤੇ ਇਹ ਸਾਨੂੰ ਧਿਆਨ ਵਿੱਚ ਰੱਖਣਾ ਪੈਣਾ ਹੈ ਕਿ ਜੋ ਇਸ ਵੇਲੇ ਸੰਸਥਾਵਾਂ ਹੈਗੀਆਂ, ਜੇ ਉਹ ਸੰਸਥਾਵਾਂ ਸਹਾਈ ਨਹੀਂ ਹੁੰਦੀਆਂ ਇਹਨਾਂ ਦੇਸ਼ਾਂ ਦੇ ਵਿਕਸਿਤ ਹੋਣ ਵਿੱਚ, ਤੇ ਉਹਨਾਂ ਥਾਂ ਨਵੀਆਂ ਸੰਸਥਾਵਾਂ ਸਿਰਜਣ ਵਾਸਤੇ ਵੀ ਯਤਨ ਕਰਨੇ ਚਾਹੀਦੇ ਹੈ। ਇਹ ਗੱਲਾਂ ਆਰਥਿਕ ਖੇਤਰ ਦੇ ਵਿੱਚ ਜੀ ਡਾਕਟਰ ਸਾਹਿਬ ਨੇ ਬੜੀ ਵਿਸਥਾਰਪੂਰਵਕ ਇਹ ਗੱਲ ਦੱਸੀ ਹੈ ਕਿ ਜਿਹੜੀ ਡਿਕਲੇਰੇਸ਼ਨ ਹੋਈ ਹੈ ਵੀ ਉਹਦੇ ਕੀ ਫਾਇਦੇ ਨੇ, ਉਸ ਦਾ ਜਿਹੜਾ ਹੈਗਾ ਦੁਨੀਆ ਦੀ ਸਰੋਕਾਰਾਂ ਨਾਲ ਕੀ ਜੁੜਿਆ ਹੋਇਆ, ਆਮ ਲੋਕਾਂ ਦੇ ਨਾਲ ਉਸ ਦੇ ਕੀ ਜਿਹੜਾ ਹੈਗਾ ਪ੍ਰਭਾਵ ਹੋਊਗਾ। ਗੱਲਬਾਤ ਜਾਰੀ ਰੱਖਦੇ ਆ ਤੇ ਲੈਣੇ ਆ ਇੱਕ ਬ੍ਰੇਕ, ਤੇ ਉਸ ਤੋਂ ਬਾਅਦ ਇਹ ਵੀ ਪਤਾ ਕਰਾਂਗੇ ਕਿ ਮੋਦੀ ਸਾਹਿਬ ਨੇ ਸਿਕਿਉਰਿਟੀ ਕਾਉਂਸਲ ਬਾਰੇ ਵੀ ਗੱਲ ਕੀਤੀ ਹੈ ਕਿ ਇਸ ਦਾ ਵਿਸਥਾਰ ਕੀਤਾ ਜਾਵੇ। ਇਸ ਬਾਰੇ ਵੀ ਡਾਕਟਰ ਸਾਹਿਬ ਜਾਣਕਾਰੀ ਦੇਣਗੇ। ਲੈਣੇ ਇੱਕ ਬ੍ਰੇਕ। ਚਰਚਾ ਬ੍ਰੇਕ ਤੋਂ ਬਾਅਦ ਫਿਰ ਹਾਜ਼ਰ ਹੁੰਦੇ ਆ। ਡਾਕਟਰ ਕੇਰ ਸਿੰਘ ਦੱਸ ਰਹੇ ਸੀਗੇ ਕਿ ਜੋ ਵੀ ਦਿੱਲੀ ਦੇ ਵਿੱਚ ਇਹ ਸੰਮੇਲਨ ਹੋਇਆ ਉਸ ਦੇ ਵਿੱਚ ਕੀ ਕੁਛ ਜਿਹੜਾ ਹੈਗਾ ਦੁਨੀਆ ਦੇ ਵਾਸਤੇ, ਦੁਨੀਆ ਦੇ ਹਿੱਤਾਂ ਵਾਸਤੇ ਕੀ ਕੁਛ ਕਰਨ ਦੀ ਗੱਲਬਾਤ ਹੋਈ ਹੈ। ਡਾਕਟਰ ਸਾਹਿਬ ਇੱਕ ਗੱਲ ਤਾਂ ਜਿਹੜੀ ਤੁਸੀਂ ਗੱਲਬਾਤ ਕਰ ਰਹੇ ਸੀ, ਜੇ ਤਾਂ ਉਸ ਦੇ ਅੱਗੇ ਹੋਰ ਵਿਸਥਾਰ ਦੇਣਾ ਉਹ ਦੇ ਦਿਓ। ਤੇ ਇੱਕ ਭਾਰਤ ਨੇ ਇਸ ਗੱਲ ਦੀ ਪ੍ਰਧਾਨ ਮੰਤਰੀ ਉਹਨਾਂ ਨੇ ਮੰਗ ਫਿਰ ਦੁਬਾਰਾ ਕੀਤੀ ਆ, ਅੱਗੇ ਵੀ ਉਹ ਅੰਤਰਰਾਸ਼ਟਰੀ ਮੰਚਾਂ ਦੇ ਉੱਤੇ ਗੱਲਬਾਤ ਕਰ ਰਹੇ ਆ ਵੀ ਸਿਕਿਉਰਿਟੀ ਕਾਉਂਸਲ ਜਿਹੜੀ ਹੈਗੀ ਆ ਉਸ ਦੇ ਵਿੱਚ ਵਿਸਥਾਰ ਹੋਣਾ ਚਾਹੀਦਾ। ਦਰਸ਼ਕ ਜੀ ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ ਕਿ ਇਹ ਜਿਹੜਾ ਮੁੱਦਾ ਨਾ ਜੀ, ਇਹ G20 ਦੇ ਏਜੰਡੇ ਤੇ ਨਹੀਂ ਹੈ। ਇਹ ਜਿਹਨੂੰ ਆਪਾਂ ਕਹਿੰਦੇ ਨਾ ਇਨਫਾਰਮਲ ਜਾਂ ਦੁਵੱਲੀ ਗੱਲਬਾਤ ਹੁੰਦੀ ਹੈ ਦੁਨੀਆ ਭਰ ਦੇ ਲੀਡਰਾਂ ਦੀ ਜਿਹੜੇ ਆਏ ਇੱਥੇ, ਉਹਨਾਂ ਦੀ ਜਿਹੜੀ ਦੁਵੱਲੀ ਗੱਲਬਾਤ ਹੁੰਦੀ ਹੈ ਨਾ, ਜਿਸ ਤਰ੍ਹਾਂ ਅਮਰੀਕਾ ਦੇ ਪ੍ਰੈਜ਼ੀਡੈਂਟ ਨਾਲ ਉਹਨਾਂ ਦੀ ਗੱਲ ਹੋਈ ਤੇ ਹੋਰ ਜਿਹੜੇ ਮੈਂਬਰ ਆਏ ਉਹਨਾਂ ਦੇ ਨਾਲ ਵੀ ਗੱਲ ਹੋਈ, ਤੇ ਉਦੋਂ ਇਹ ਗੱਲ ਮਹਿਸੂਸ ਕੀਤੀ ਜਾਂਦੀ ਹੈ ਕਿ ਜਦੋਂ ਇਹ UN ਬਣਿਆ ਜਾਂ ਸਿਕਿਉਰਿਟੀ ਕਾਉਂਸਲ ਬਣੀ, ਜਿਹੜੇ 5 ਪਰਮਾਨੈਂਟ ਮੈਂਬਰ ਹੈਗੇ ਆ, ਯਾਨੀ ਅਮਰੀਕਾ ਹੈਗਾ, ਬਰਤਾਨੀਆ ਹੈਗਾ, ਫਰਾਂਸ ਹੈਗਾ, UK ਹੈਗਾ, ਚੀਨ ਹੈਗਾ, 5 ਮੈਂਬਰ ਨੇ ਪਰਮਾਨੈਂਟ। ਇਹ ਹੁਣ ਦੀ ਜਿਹੜੀ ਅਵਸਥਾ ਹੈ ਸਿਆਸੀ ਔਰ ਜੀਓਪੋਲੀਟੀਕਲ, ਉਹ ਅਜੋਕੇ ਹਾਲਾਤਾਂ ਨੂੰ ਪੂਰੀ ਤਰ੍ਹਾਂ ਰਿਫਲੈਕਟ ਨਹੀਂ ਕਰਦੀ, ਉਹਨਾਂ ਦੇ ਅਨੁਕੂਲ ਨਹੀਂ ਹੈ। ਸੋ ਇਹ ਗੱਲਾਂ ਤੇ ਚੱਲਦੀਆਂ ਰਹੀਆਂ, ਬੜੇ ਲੰਬੇ ਸਮੇਂ ਤੋਂ ਚੱਲਦੀਆਂ ਰਹੀਆਂ। ਅਮਰੀਕਾ ਔਰ ਹੋਰ ਦੇਸ਼ ਵੀ ਕਹਿੰਦੇ ਆ ਕਿ ਇਹ UN ਦੀ ਜਿਹੜੀ ਹੈ ਰੀਸਟਰਕਚਰਿੰਗ ਹੋਣੀ ਚਾਹੀਦੀ ਹੈ, ਔਰ ਖਾਸ ਕਰਕੇ ਸਿਕਿਉਰਿਟੀ ਕਾਉਂਸਲ ਦੇ ਵਿੱਚ ਮੈਂਬਰ ਜਿਹੜੇ ਹੈਗੇ ਉਹਨਾਂ ਵਿੱਚ ਹੋਰ ਮੈਂਬਰ ਲਏ ਜਾਣਗੇ। ਭਾਰਤ ਦੀ ਪਰਮਾਨੈਂਟ ਮੈਂਬਰਸ਼ਿਪ ਬਾਰੇ ਵੀ ਆਮ ਤੌਰ ਤੇ ਸਹਿਮਤੀ ਹੈਗੀ ਹੈ, ਪਰ ਉਹ ਹੋਣਾ ਨਹੀਂ, ਕਿਉਂਕਿ ਜਿੰਨਾ ਚਿਰ ਚੀਨ ਉੱਥੇ ਬੈਠਾ, ਚੀਨ ਦੇ ਕੋਲ ਇਹ ਵੀਟੋ ਪਾਵਰ ਹੈ, ਜਿਹੜੀਆਂ 5 ਕੰਟਰੀਜ਼ ਦੇ ਕੋਲ ਵੀਟੋ ਪਾਵਰ ਹੈ ਨਾ ਜੀ, ਉਹਨਾਂ ਚਿਰ ਇਹ ਸੰਭਵ ਨਹੀਂ ਹੋਣਾ। ਆਪਾਂ ਨੂੰ ਪਤਾ ਹੈ ਕਿ ਚੀਨ ਦੇ ਨਾਲ ਇਸ ਵੇਲੇ ਪ੍ਰੋਬਲਮ ਹਿੰਦੁਸਤਾਨ ਦੀ ਚੱਲ ਰਹੀ ਹੋਈ ਹੈ। ਸੋ ਇਹ ਨਾ ਏਜੰਡੇ ਤੇ ਨਹੀਂ ਸੀ। ਆਪਾਂ ਦਰਸ਼ਕ ਜੀ ਆਪਣੇ ਸਰੋਤਿਆਂ ਨਾਲ ਗੱਲ ਕਰ ਲਈਏ ਕਿ ਇਹ G20 ਦੇ ਏਜੰਡੇ 'ਚ ਨਹੀਂ ਸੀਗਾ। ਇਹ ਇਨਫਾਰਮਲ ਜਿਹੜੇ ਹੁੰਦੇ ਨਾ ਲੀਡਰਾਂ ਨਾਲ ਗੱਲਬਾਤ ਹੋਣੀ। ਜੇ ਹੁਣ ਇਸੇ ਤਰ੍ਹਾਂ ਹੀ 1-2-3 ਮਸਲੇ ਹੋਰ ਬੜੇ ਇੰਪਾਰਟੈਂਟ ਆਏ, ਚਾਹੇ ਉਹ G20 ਦੇ ਏਜੰਡੇ ਦਾ ਪਾਰਟ ਨਹੀਂ ਹੈ, ਪਰ ਜਿਹੜੀ ਡਿਵੈਲਪਮੈਂਟ ਹੋਈਆਂ ਉਹ ਬੜੀਆਂ ਮਹੱਤਵਪੂਰਨ ਹੋਈਆਂ। ਜਿਸ ਤਰ੍ਹਾਂ ਤੁਸੀਂ ਦੇਖੋ ਕਿ ਜਿਹੜਾ ਇੱਕ ਕੋਰੀਡਰ ਦੀ ਗੱਲ ਹੋਈ ਹੈ ਨਾ, ਮਤਲਬ ਇੰਡੀਆ ਦੀ
ਤੇ ਮਿਡਲ ਈਸਟ ਦੀ ਤੇ ਯੂਰਪ ਦੇ ਨੂੰ ਜੋੜਨ ਦੀ ਹੋਈ ਆ, ਆਪਾਂ ਜਿਹਨੂੰ ਕੋਰੀਡੋਰ ਦੀ ਹੋਈ ਨਾ, ਇਕਨੋਮਿਕ ਕੋਰੀਡੋਰ ਬਣਾਉਣ ਦੀ ਹੈਗੀ ਆ। ਉਹ ਤੁਸੀਂ ਦੇਖੋ ਬੜਾ ਮਹੱਤਵਪੂਰਨ ਹੈ। ਚੀਨ ਨੇ ਜਿਸ ਤਰ੍ਹਾਂ ਜੀ BRI ਕੀਤਾ ਹੈ ਨਾ, ਬੈਲਟ ਐਂਡ ਰੋਡ ਇਨੀਸ਼ੀਏਟਿਵ, ਜਿਸ ਨੂੰ ਵੱਖ-ਵੱਖ ਦੇਸ਼ਾਂ ਨੂੰ ਜੋੜਨ ਵਾਸਤੇ ਉਹ ਸੜਕਾਂ ਦਾ ਨਿਰਮਾਣ ਕਰ ਰਿਹਾ ਹੋਇਆ, ਆਪਣਾ ਪ੍ਰਭਾਵ ਬਣਾਉਣ ਦਾ ਕੋਸ਼ਿਸ਼ ਕਰ ਰਿਹਾ ਹੋਇਆ। ਔਰ ਉਹਦੇ ਪੈਰਲਲ ਇਹ ਹੋਇਆ ਹੁਣ ਕਿ ਯੂਰਪ, ਹਿੰਦੁਸਤਾਨ, ਏਸ਼ੀਆ, ਮਿਡਲ ਈਸਟ ਯਾਨੀ ਕਿ ਅਰਬ ਕੰਟਰੀ ਜਿਸ ਨੂੰ ਆਪਾਂ ਕਹਿੰਦੇ ਹਾਂ, ਤੇ ਅੱਗੇ ਯੂਰਪ, ਇਹਨਾਂ ਨੂੰ ਰੇਲ ਰਾਹੀਂ ਤੇ ਪਾਣੀ ਰਾਹੀਂ ਜੋੜਿਆ ਜਾਏ। ਇਹਦਾ ਇਹ ਫੈਸਲਾ ਹੋ ਗਿਆ ਉਹਦੇ ਵਿੱਚ। ਇਹ ਉਹਦੇ ਚ ਚੀਨ ਜਿਹੜਾ ਹੈ, ਜੇ ਚੀਨ ਇਹਦੇ ਨਾਲ ਸਹਿਮਤ ਨਹੀਂ ਸੀ, ਉਹਦੀ ਰਿਜ਼ਰਵੇਸ਼ਨ ਹੈਗੀ ਹੈ, ਇਸੇ ਕਰਕੇ G20 ਚ ਨਹੀਂ ਹੈ। ਇਹ ਬਾਕੀ ਦੇਸ਼ ਉਹਦੇ ਸਹਿਮਤ, ਜਿਸ ਤਰ੍ਹਾਂ ਆਪਾਂ ਕਹਿੰਦੇ ਆ ਕਿ ਅਰਬ ਵਰਲਡ ਦੇ ਲੋਕ, ਜਿਸ ਤਰ੍ਹਾਂ ਸਾਊਦੀ ਅਰੇਬੀਆ ਹੈਗਾ, UAE ਹੈਗਾ, ਉਹ ਇਹਦੇ ਨਾਲ ਸਹਿਮਤ ਹੋਇਆ, ਹਿੰਦੁਸਤਾਨ ਹੋਇਆ, ਬਾਕੀ ਵੈਸਟ ਦੀਆਂ ਸਾਰੀਆਂ ਕੰਟਰੀਜ਼ ਇਹਦੇ ਨਾਲ ਸਹਿਮਤ ਹੋਈਆਂ, ਯੂਰੋਪੀਅਨ ਯੂਨੀਅਨ, ਯਾਨੀ ਕਿ ਬਾਕੀ ਸਾਰੇ ਮੈਂਬਰ ਇਹਦੇ ਵਿੱਚ ਸਹਿਮਤ ਹੋਏ। ਇਹ G20 ਦਾ ਏਜੰਡਾ ਨਹੀਂ ਸੀਗਾ, ਇਹ G20 ਤੋਂ ਪਰੇ ਹੋ ਕੇ ਜਿਹੜਾ ਹੋਇਆ ਨਾ, ਇਹ ਇਸ ਤਰ੍ਹਾਂ ਦਾ ਇੱਕ ਇਕਨੋਮਿਕ ਡਿਵੈਲਪਮੈਂਟ ਲਈ ਇਸ ਤਰ੍ਹਾਂ ਦਾ ਕੀਤਾ ਜਾ। ਇੱਦਾਂ ਹੀ ਇੱਕ ਹੋਰ ਜਿਹੜਾ ਫੈਸਲਾ ਹੋਇਆ ਨਾ ਜੀ, ਉਹ ਵੀ G20 ਦੇ ਏਜੰਡੇ ਦੇ ਨਾਲ ਜੁੜਿਆ ਹੋਇਆ ਜ਼ਰੂਰ ਹੈ, ਉਹ এনवायरमेंट ਨਾਲ ਹੈ। ਇਹਨੂੰ ਕਹਿੰਦੇ ਬਾਇਓਫਿਊਲ ਦਾ, ਜਿਸ ਨੂੰ ਆਪਾਂ ਕਹਿੰਦੇ ਆ ਕਿ ਉਹ ਜਦੋਂ ਬਾਇਓਫਿਊਲ ਦਾ ਗੱਲ ਕਰਦੇ ਹੈਗੇ ਆ, ਤੇ ਉਹ ਆਪਣੀ ਨਿਰਭਰਤਾ ਜਿਹੜੀ ਹੈਗੀ ਆ ਪੈਟਰੋਲੀਅਮ ਤੇ ਘਟਾਉਣ ਵਾਸਤੇ ਜਿਹੜਾ ਫੈਸਲਾ ਹੋਇਆ, ਉਹ ਵੀ ਬੜਾ ਮਹੱਤਵਪੂਰਨ ਫੈਸਲਾ ਹੋਇਆ। ਦਰਸ਼ਕ ਜੀ, ਜਿਹੜੀ ਮੈਂ ਪਹਿਲਾਂ ਗੱਲ ਕਰ ਰਿਹਾ ਸੀ ਨਾ, ਜਿਹੜਾ ਇਹ ਇੱਕ ਜੋੜਨ ਦੀ ਕੋਸ਼ਿਸ਼ ਕਰਨੀ ਹੈ ਹਿੰਦੁਸਤਾਨ ਤੋਂ ਲੈ ਕੇ ਮਿਡਲ ਈਸਟ ਤੇ ਫਿਰ ਯੂਰਪ, ਉਹਦੇ ਨਾਲ ਇਹ ਵੀ ਨਾਲ ਕੀਤਾ ਗਿਆ ਹੋਇਆ ਕਿ ਜਿਹੜਾ ਆਪਣਾ ਹੈ ਨਾ ਜੀ, ਇਹ ਅੱਜ ਕੱਲ੍ਹ ਡਿਜੀਟਲ ਆਪਾਂ ਕਹਿੰਦੇ ਹਾਂ ਡਿਵਾਈਸਿਸ ਹੈਗੀਆਂ, ਯਾਨੀ ਕਿ ਆਰਟੀਫਿਸ਼ੀਅਲ ਇੰਟੈਲੀਜੈਂਸ ਹੈਗੀ ਹੈ, ਕੰਪਿਊਟਰਾਈਜੇਸ਼ਨ ਹੈਗੀ ਹੈ, ਔਰ ਇਹਦੇ ਰਾਹੀਂ ਵੀ ਲਿੰਕ ਸਥਾਪਿਤ ਹੋਏਗਾ, ਜਿਹਦੇ ਨਾਲ ਜਾਣਕਾਰੀ ਬਹੁਤ ਛੇਤੀ ਇੱਕ ਦੂਸਰੇ ਨਾਲ ਸਾਂਝੀ ਹੋ ਸਕਦੀ ਹੈ। ਔਰ ਜਦੋਂ ਸਾਂਝੀ ਹੋ ਸਕਦੀ ਹੈ ਤੇ ਸਪਲਾਈ ਚੇਨ, ਜਿਸ ਨੂੰ ਆਪਾਂ ਕਹਿੰਦੇ, ਚਾਹੇ ਖਾਦ ਖੁਰਾਕ ਦੀਆਂ ਚੀਜ਼ਾਂ ਹੋਣ, ਚਾਹੇ ਉਹ ਖਾਦ ਹੋਵੇ, ਚਾਹੇ ਖਾਣ ਵਾਲੀਆਂ ਚੀਜ਼ਾਂ ਹੋਣ, ਉਹ ਜਿਹਨੂੰ ਸਪਲਾਈ ਚੇਨ ਕਹਿੰਦੇ ਆ ਨਾ ਜੀ, ਉਹ ਵੀ ਬੜੀ ਫਾਸਟ ਹੋ ਜਾਏਗੀ। ਸੋ ਉਹ ਵੀ ਇਹਦੇ ਵਿੱਚ ਫੈਸਲਾ ਕੀਤਾ ਗਿਆ ਹੋਇਆ। ਔਰ ਹੋਰ ਗੱਲਾਂ ਵੀ ਬਹੁਤ ਹੋਈਆਂ ਦਰਸ਼ਕ ਜੀ ਇਹਦੇ ਵਿੱਚ, ਸੌਰੀ, ਕਿ ਹੈਲਥ ਸੰਬੰਧੀ ਵੀ ਹੋਇਆ ਕਿ ਜਿਸ ਤਰ੍ਹਾਂ ਆਪਾਂ ਨੂੰ ਪਤਾ ਹੈ ਕਿ ਪਹਿਲਾਂ ਕੋਵਿਡ ਵੇਲੇ ਹੋਇਆ ਸੀਗਾ, ਤੇ ਉਹ ਜਿਹੜੀਆਂ ਬੰਦਸ਼ਾਂ ਕੁਝ ਕੰਟਰੀਜ਼ ਲਾਉਂਦੀਆਂ ਹੈਗੀਆਂ, ਉਹ ਘੱਟ ਲੱਗਣ, ਔਰ ਨਵੀਆਂ ਲੱਭਤਾਂ ਜਿਹੜੀਆਂ ਖੋਜਾਂ ਹੈਗੀਆਂ, ਉਹ ਸਿਹਤ ਵਾਸਤੇ ਉਹ ਵੱਖ-ਵੱਖ ਕੰਟਰੀਜ਼ ਨੂੰ ਉਪਲਬਧ ਹੋਣ। ਉਹ ਇਹ ਵੀ ਗੱਲ ਉੱਥੇ ਜ਼ਿਕਰ ਆਈ। ਇਸੇ ਤਰ੍ਹਾਂ ਜੈਂਡਰ ਜਿਹੜੀ ਇਨਇਕੁਐਲਿਟੀ ਹੈਗੀ ਆ, ਉਹਨੂੰ ਕਿਸ ਤਰ੍ਹਾਂ ਦੂਰ ਕੀਤਾ ਜਾਏ ਔਰ ਡਿਜੀਟਾਈਜ਼ ਕਿਸ ਤਰ੍ਹਾਂ ਕੀਤਾ ਜਾਏ, ਇਹ ਸਾਰੇ ਮਸਲੇ ਉਹਦੇ ਵਿੱਚ ਹੀ ਆਏ ਹੈ ਸਾਰੇ। ਸੋ ਕੁੱਲ ਮਿਲਾ ਕੇ ਕਿਹਾ ਜਾਏ, ਮੈਂ ਜਿਹੜੀ ਜੇ ਸਮਾਪਤ ਕਰਨਾ ਚਾਹਾਂ ਤਾਂ ਉਹ ਇਹ ਹੈ ਕਿ ਆਰਥਿਕ ਕੋਆਪਰੇਸ਼ਨ, ਜਿਸ ਨੂੰ ਆਪਾਂ ਕਹਿੰਦੇ ਹਾਂ ਸਹਿਯੋਗ, ਤੇ ਵਿੱਤੀ ਅਵਸਥਾ ਨੂੰ ਤੰਦਰੁਸਤ ਰੱਖਣ ਵਾਸਤੇ ਜੋ ਫੈਸਲੇ ਲੈ ਗਏ, ਉਹ ਬਹੁਤ ਉਚਿਤ ਦਿਸ਼ਾ ਵਿੱਚ ਹੋਏ। ਪਰ ਇਹਦੇ ਪਿਛੋਕੜ ਵਿੱਚ ਇੱਕ ਗੱਲ ਸਾਨੂੰ ਜ਼ਰੂਰ ਧਿਆਨ ਵਿੱਚ ਰੱਖਣੀ ਚਾਹੀਦੀ ਹੈ ਕਿ ਜਿਹੜੀ ਇਹ ਸ਼ਾਨਦਾਰ ਆਯੋਜਨ ਹੋਇਆ, ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ, ਔਰ ਦੁਨੀਆ ਭਰ ਦੇ ਵਿੱਚ ਭਾਰਤ ਦਾ ਕੱਦ ਵਧਿਆ, ਇਹਦੇ 'ਚ ਕੋਈ ਸ਼ੱਕ ਨਹੀਂ। ਉਹਦੇ ਪਿਛੋਕੜ ਵਿੱਚ ਇੱਕ ਗੱਲ ਸਾਨੂੰ ਜ਼ਰੂਰ ਧਿਆਨ ਵਿੱਚ ਰੱਖ ਲੈਣੀ ਚਾਹੀਦੀ ਹੈ ਕਿ ਉਹ ਇਹੀ ਹੈ ਕਿ ਇਸ ਵੇਲੇ ਪੱਛਮੀ ਦੁਨੀਆ ਤੇ ਚੀਨ ਦੀ ਅਦਾਵਤ ਚੱਲ ਰਹੀ ਹੈ। ਔਰ ਚੀਨ ਦੇ ਚੱਲ ਰਹੀ ਅਦਾਵਤ ਜਿਹੜੀ ਹੈਗੀ ਹੈ, ਪੱਛਮੀ ਦੁਨੀਆ ਆਪਣੇ ਜਿਹੜੀ ਵਿੱਤੀ ਸਾਧਨ ਹਨ ਜਾਂ ਉਹ ਮੈਨੂਫੈਕਚਰਿੰਗ ਹੈਗੀ ਆ, ਉਹ ਆਪਣੀ ਪੂੰਜੀ ਜਿਹੜੀ ਹੈ ਉਹਨੂੰ ਕਿੱਥੇ ਇਨਵੈਸਟ ਕਰੇ, ਉਹ ਆਲਟਰਨੇਟ ਉਹ ਹੁਣ ਸਥਾਨ ਲੱਭਣ ਦੀ ਕੋਸ਼ਿਸ਼ ਕਰ ਰਹੀ ਹੈ। ਮੈਨੂਫੈਕਚਰਿੰਗ ਕਿੱਥੇ, ਉਹਦੇ ਵਿੱਚ ਉਹ ਇਹ ਚਾਹੁੰਦੇ ਹਨ ਕਿ ਇਹ ਚੀਨ ਤੋਂ ਬਿਨਾਂ ਹੋਰ ਦੇਸ਼ ਜਿਹੜੇ ਹੈ ਉਹਨਾਂ ਦੇ ਵਿੱਚ ਪੂੰਜੀ ਜਿਹੜੀ ਉਹ ਰੱਖਣ। ਔਰ ਨਾਲ ਦੀ ਨਾਲ ਇਹ ਹੈ
ਕਿ ਚੀਨ ਦਾ ਜਿਹੜਾ ਪ੍ਰਭਾਵ ਦੁਨੀਆ ਭਰ 'ਚ ਵੱਧ ਰਿਹਾ ਹੋਇਆ ਹੈ, ਉਸ ਪ੍ਰਭਾਵ ਨੂੰ ਕਿਸ ਤਰ੍ਹਾਂ ਘੱਟ ਕੀਤਾ ਜਾਏ, ਔਰ ਉਹਦੇ ਵਿੱਚ ਭਾਰਤ ਜੇ ਮਜ਼ਬੂਤ ਹੁੰਦਾ ਹੈ ਤਾਂ ਇਸ ਖਿੱਤੇ ਦੇ ਵਿੱਚ ਉਹ ਇੱਕ ਬੈਲੈਂਸ ਜਿਹੜਾ ਉਹ ਬਣਿਆ ਰਹਿੰਦਾ ਹੈ। ਸੋ ਇਹ ਪਿਛੋਕੜ ਵਿੱਚ ਹੀ ਆਪਾਂ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਕਿ ਜਿਹੜੇ ਸਾਰੇ ਫੈਸਲੇ ਹੋਏ ਆ ਔਰ ਸਹਿਮਤੀਆਂ ਵੀ ਹੋਈਆਂ, ਉਹਦੇ ਵਿੱਚ ਇਹ ਜੀਓ ਪੋਲੀਟੀਕਲ ਜੋ ਰਿਐਲਿਟੀ ਹੈ ਉਹ ਵੀ ਸਾਨੂੰ ਧਿਆਨ ਵਿੱਚ ਰੱਖਣੀ ਚਾਹੀਦੀ ਹੈ। ਸੋ ਉਹ ਬੜੀ ਸਹਾਈ ਹੋਈ ਹੈ, ਜਿਹਦੇ ਨਾਲ ਹਿੰਦੁਸਤਾਨ ਦਾ ਕੱਦ ਬੁੱਧ ਵਧਿਆ ਵੀ ਹੈਗਾ, ਇਹਦੀ ਰੈਕਗਨੀਸ਼ਨ ਵੀ ਹੋਈ ਹੈ। ਔਰ ਇਹ ਜਦੋਂ ਰੈਕਗਨੀਸ਼ਨ ਹੁੰਦੀ ਤਾਂ ਸਾਨੂੰ ਪਤਾ ਹੀ ਹੈ ਕਿ ਮੋਦੀ ਸਾਹਿਬ ਇਹਦਾ ਲਾਹਾ ਆਪਣਾ ਕੱਦ ਬੁੱਧ ਉੱਚਾ ਕਰਨ ਵਿੱਚ ਉਹ ਤੇ ਜ਼ਰੂਰ ਹੀ ਇਹਦਾ ਲਾਹਾ ਲੈਣ ਦੀ ਕੋਸ਼ਿਸ਼ ਕਰਨਗੇ। ਆਉਣ ਵਾਲੀਆਂ 24 ਦੀਆਂ ਚੋਣਾਂ 'ਚ ਵੀ ਇਹਨੂੰ ਆਪਣੇ ਹੱਕ ਵਿੱਚ ਵਰਤਣ ਦੀ ਕੋਸ਼ਿਸ਼ ਕਰਨਗੇ ਦਰਸ਼ਕ ਸੀ। ਸੋ ਇਹ ਹੈ ਕੁੱਲ ਮਿਲਾ ਕੇ ਆਪਾਂ ਜੇ ਦੇਖੀਏ ਇਹਦੇ ਪਿਛੋਕੜ। ਜੀ ਦਰਸ਼ਕ ਜੀ ਡਾਕਟਰ ਸਾਹਿਬ, ਇੱਕ ਹੋਰ ਵੀ ਜਿਹੜੀ ਗੱਲਬਾਤ ਜਿਹੜੀ ਖਾਸ ਤੌਰ ਤੇ ਜਦੋਂ ਅਸੀਂ ਭਾਰਤ ਦੇ ਅੱਗੇ ਵਧਣ ਦੀ ਗੱਲ ਚੱਲਦੀ ਹੈ, ਸਾਡਾ ਗੁਆਂਢੀ ਮੁਲਕ ਜਿਵੇਂ ਪਾਕਿਸਤਾਨ ਹੈ, ਸ਼੍ਰੀਲੰਕਾ ਹੈ, ਬੰਗਲਾਦੇਸ਼ ਹੈ, ਹੋਰ ਜਿਹੜੇ ਵੀ ਮੁਲਕ ਨੇ ਉਹ ਕਿਉਂ ਵਧਣ ਦੇ ਵਿੱਚ ਅਸਫਲ ਹੋ ਰਹੇ ਨੇ? ਉਹਦੇ ਪਿੱਛੇ ਕੀ ਕਾਰਨ ਹੈ? ਕੀ ਭਾਰਤ ਦੀ ਜਿਹੜਾ ਲੋਕਤੰਤਰ ਆ ਉਹ ਮਜ਼ਬੂਤ ਹੋਣ ਕਰਕੇ ਹੋ ਰਿਹਾ ਹੈ, ਜਾਂ ਸਾਡੀ ਜਿਹੜੀ ਲੀਡਰਸ਼ਿਪ ਹੈ ਉਹ ਜਿਹੜੀ ਹੈਗੀ ਹੈ ਉਸ ਤਰੀਕੇ ਦੇ ਨਾਲ, ਜਿਵੇਂ ਪਾਕਿਸਤਾਨ ਦੇ ਵਿੱਚ ਰੋਜ਼ ਹੀ ਸਰਕਾਰਾਂ ਉਲਟ ਜਾਂਦੀਆਂ ਨੇ, ਇਹ ਵੀ ਕੋਈ ਕਾਰਨ ਹੈ? ਦੇਖੋ, ਇਹ ਜਿਹੜਾ ਕਹਿਣਾ ਵੀ ਇਹਦੇ 'ਚ ਨਾ ਲੋਕਤੰਤਰੀ ਸਰਕਾਰ ਹੋਏ ਜਾਂ ਗੈਰ ਲੋਕਤੰਤਰੀ ਹੋਏ, ਇਸ ਦਾ ਡਿਵੈਲਪਮੈਂਟ ਦੇ ਨਾਲ ਕੋਈ ਸਿੱਧਾ ਨਹੀਂ ਹੁੰਦਾ। ਜਿਵੇਂ ਆਪਾਂ ਨੇ ਦੇਖਿਆ ਕਿ ਚੀਨ ਦੀ ਤਾਂ ਲੋਕਤੰਤਰੀ ਸਰਕਾਰ ਨਹੀਂ ਹੈ ਨਾ ਜੀ, ਆਪਾਂ ਨੂੰ ਪਤਾ ਹੈ ਵਨ ਪਾਰਟੀ ਰੂਲ ਹੈਗਾ ਤੇ ਉਹ ਕਮਾਂਡ ਇਕਨੋਮੀ ਇਹਨੇ ਵੀ ਹੈਗੀ ਉਹਦੇ 'ਚ। ਤੇ ਪਾਕਿਸਤਾਨ ਵੀ ਜਿਹੜਾ ਕਿਸੇ ਵੇਲੇ ਬਹੁਤ ਵਿਕਸਿਤ ਸੀਗਾ, ਪਰ ਉੱਥੇ ਦੀ ਸਮੱਸਿਆ ਇਹ ਹੈ ਕਿ ਉੱਥੇ ਪੋਲੀਟੀਕਲ ਇਨਸਟੇਬਿਲਿਟੀ ਜਿਹੜੀ ਹੈ ਨਾ ਉਹ ਬਹੁਤ ਜ਼ਿਆਦਾ ਹੈਗੀ ਹੈ, ਔਰ ਆਰਮੀ ਰੂਲ ਜਿਹੜਾ ਵਾਰ-ਵਾਰ ਉੱਥੇ ਹੁੰਦਾ ਹੈ। ਔਰ ਜਦੋਂ ਇੱਕ ਵਾਰ ਆਰਥਿਕਤਾ ਉਖੜ ਜਾਂਦੀ ਹੈ ਨਾ ਜੀ, ਉਹ ਫਿਰ ਬੜੀ ਸਮੱਸਿਆ ਹੋ ਜਾਂਦੀ ਹੈ। ਪਾਕਿਸਤਾਨ ਦੀ ਇੱਕ ਸਮੱਸਿਆ ਇਹ ਵੀ ਹੈਗੀ ਹੈ ਕਿ ਉੱਥੇ ਜਗੀਰੂ ਅਨਸਰ ਜਿਹੜੇ ਹੈਗੇ ਆ ਨਾ ਜੀ ਆਪਣੇ ਦਰਸ਼ਕ ਜੀ, ਯਾਨੀ ਕਿ ਫਿਊਡਲ ਅਨਸਰ ਜਿਹੜੇ ਹੈ, ਅਜੇ ਉਹ ਭਾਰੂ ਹੈ। ਔਰ ਉੱਥੇ ਜਿਸ ਨੂੰ ਕਹੀਏ ਕਿ ਮਿਡਲ ਕਲਾਸ ਪੂਰੀ ਤਰ੍ਹਾਂ ਵਿਕਸਿਤ ਉੱਥੇ ਨਹੀਂ ਹੋਈ, ਜਿਸ ਤਰ੍ਹਾਂ ਕਿ ਹਿੰਦੁਸਤਾਨ ਵਿੱਚ ਹੋ ਚੁੱਕੀ ਹੋਈ ਹੈ। ਔਰ ਜਦੋਂ ਇੱਕ ਵਾਰ ਆਰਥਿਕਤਾ ਵਿਗੜ ਜਾਏ ਤੇ ਫਿਰ ਤੁਸੀਂ ਮੰਗਤਾਂ ਵਾਲਾ ਜਿਹੜਾ ਹੈ ਉਹ ਕੌਲਾ ਫੜ ਕੇ ਦਰ ਫਿਰਦੇ ਰਹਿੰਦੇ ਹੋ। ਕਦੇ IMF ਚਲੇ ਗਏ, ਕਦੇ ਮੁਸਲਿਮ ਕੰਟਰੀਜ਼ ਦੀ ਆਰਗੇਨਾਈਜੇਸ਼ਨ ਕੋਲ ਚਲੇ ਗਏ, ਕਦੇ ਚੀਨ ਦੇ ਕੋਲ। ਹੁਣ ਚੀਨ ਜਿਹੜਾ ਚੱਲ ਰਿਹਾ ਹੈ ਨਾ ਜੀ, ਚੀਨ ਦੀ ਸਮੱਸਿਆ ਜਿਹੜੀ ਇਹ ਲੋਕ ਕੰਟਰੀ 'ਚ ਇਨਵੈਸਟ ਕਰਦਾ ਨਾ, ਚੀਨ ਆਪਣਾ ਹਿੱਤ ਧਿਆਨ ਵਿੱਚ ਰੱਖ ਕੇ ਕਰਦਾ, ਬਹੁਤ ਵੱਡਾ ਉਹ ਆਪਣੀ ਐਕਸਪਲੋਇਟੇਸ਼ਨ ਕਰਦਾ। ਲੰਕਾ ਵੀ ਇਸੇ ਕਰਕੇ ਮੁੜ ਰਿਹਾ ਨਾ ਚੀਨ ਤੋਂ। ਔਰ ਪਾਕਿਸਤਾਨ ਨੂੰ ਕਿਸੇ ਵੇਲੇ ਇਹ ਅਕਲ ਆ ਜਾਣੀ ਹੈ ਕਿ ਚੀਨ ਦੇ ਨਾਲ ਜਿਹੜੀ ਉਹ ਇਸ ਤਰ੍ਹਾਂ ਦੀ ਕੋਆਪਰੇਸ਼ਨ ਕਰ ਰਿਹਾ ਹੋਇਆ ਉਹ ਉਹਦੇ ਹਿੱਤ ਵਿੱਚ ਨਹੀਂ ਹੈ। ਸੋ ਇਹ ਹਿੰਦੁਸਤਾਨ ਦੇ ਵਿੱਚ ਸਮਝ ਲਓ ਕਿ ਇਹ ਜ਼ਰੂਰੀ ਨਹੀਂ ਹੈ ਕਿ ਲੋਕਤੰਤਰੀ ਨਿਜ਼ਾਮ ਹੈ, ਪਰ ਮੁੱਢਲੇ ਤੌਰ ਤੇ ਇਹੀ ਹੈ। ਫਾਰਮ ਆਫ ਗਵਰਨਮੈਂਟ ਦੇ ਇਸ਼ੂ ਤੇ ਹੋਵੇ ਤੇ ਚਾਈਨਾ ਦਾ ਆਪਾਂ ਜ਼ਿਕਰ ਕੀਤਾ। ਸਟੇਬਲ ਗਵਰਨਮੈਂਟ ਜਿਹੜੀ ਹੈ, ਜਦੋਂ ਸਟੇਬਲ ਗਵਰਨਮੈਂਟ ਹੋਏ ਦਰਸ਼ਕ ਜੀ, ਤੇ ਉਹਦੇ ਵਿੱਚ ਵਿਕਾਸ ਦੀਆਂ ਸੰਭਾਵਨਾਵਾਂ ਵਧੇਰੇ ਹੁੰਦੀਆਂ। ਹਿੰਦੁਸਤਾਨ ਵਿੱਚ ਕਾਫੀ ਲੰਬੇ ਸਮੇਂ ਤੋਂ ਸਟੇਬਲ ਗਵਰਨਮੈਂਟ, ਆਪਾਂ ਨੂੰ ਪਤਾ ਹੀ ਹੈ ਕਿ ਮੋਦੀ ਸਾਹਿਬ ਦੇ ਆਉਣ ਤੋਂ ਪਹਿਲਾਂ 10 ਵਾਰੀ ਮਨਮੋਹਨ ਸਿੰਘ ਹੋਣੀ ਵੀ ਰਹੇ ਤੇ ਸਟੇਬਲ ਗਵਰਨਮੈਂਟ ਰਹੀ ਹੈ। ਸੋ ਜਦੋਂ ਸਟੇਬਲ ਗਵਰਨਮੈਂਟ ਰਹਿੰਦੀ ਹੈ ਤੇ ਆਰਥਿਕ ਨੀਤੀਆਂ ਜਿਹੜੀਆਂ ਠੀਕ ਉਲੀਕੀਆਂ ਜਾਂਦੀਆਂ, ਉਦੋਂ ਸੰਭਾਵਨਾਵਾਂ ਵਧੇਰੇ ਹੁੰਦੀਆਂ। ਤਾਂ ਇਸੇ ਕਰਕੇ ਮੈਨੂੰ ਲੱਗਦਾ ਕਿ ਮੇਨ ਫੈਕਟਰ ਇਹ ਹੈ, ਸਟੇਬਲ ਗਵਰਨਮੈਂਟ ਦਾ ਹੈਗਾ। ਪਾਕਿਸਤਾਨ ਦੀ ਸਟੇਬਿਲਿਟੀ ਨਹੀਂ ਹੈ। ਸੋ ਇਹ ਹੈ ਮੈਨੂੰ ਲੱਗਦਾ ਦਰਸ਼ਕ ਜੀ। ਠੀਕ ਹੈ ਡਾਕਟਰ ਸਾਹਿਬ, ਇੱਕ ਕੁਛ ਛੋਟੇ ਜਿਹੇ ਸਮੇਂ ਵਾਸਤੇ ਮੈਨੂੰ ਇਹ ਦੱਸੋ ਕਿ ਭਾਰਤ ਡਿਪਲੋਮੈਟਿਕ ਪੱਧਰ ਦੇ ਉੱਤੇ ਹੁਣ ਕਿੱਥੇ ਖੜਾ ਹੈ? ਤੇ ਤੁਹਾਨੂੰ ਆਪਾਂ ਦੇਖ ਹੀ ਰਹੇ ਹਾਂ, ਅਮਰੀਕਾ ਨਾਲ ਵੀ ਵਧੀਆ ਸੰਬੰਧ, ਰੂਸ ਨਾਲ ਵੀ ਵਧੀਆ ਸੰਬੰਧ, ਤੇ ਇਸ ਤਰੀਕੇ ਦੇ ਨਾਲ ਜੋ ਤਵਾਜ਼ਨ ਰੱਖ ਰਿਹਾ ਹੈ ਉਸ ਨੂੰ ਤੁਸੀਂ ਕਿਸ ਤਰੀਕੇ ਨਾਲ ਸਮਝਦੇ ਹੋ? ਇਹ ਬਿਲਕੁਲ ਤੁਸੀਂ ਠੀਕ ਕਹਿ ਰਹੇ ਹੋ ਕਿ ਇਹ ਡਿਪਲੋਮੈਟਿਕ ਰਿਲੇਸ਼ਨ ਜਿਹੜੇ ਨੇ ਉਹ G20 ਨਾਲ ਤਾਲੁਕ ਨਹੀਂ ਸੀ, ਆਪਾਂ ਤਾਂ ਜ਼ਿਕਰ ਨਹੀਂ ਸੀ ਕਰ ਰਹੇ। ਪਰ ਸਵਾਲ ਤੁਹਾਡਾ ਵਾਜਬ ਹੈ ਕਿ ਇਹ ਹਿੰਦੁਸਤਾਨ ਦੀ ਜਿਹੜੀ ਪ੍ਰੈਜ਼ੈਂਟ ਲੀਡਰਸ਼ਿਪ ਦੀ ਮੈਂ ਇਹ ਸਮਝਦਾ ਪ੍ਰਾਪਤੀ ਹੀ ਹੈ
ਕਿ ਉਹਨੇ ਮਤਲਬ ਦੋਨੋਂ ਬਲਾਕਸ ਜਿਹੜੇ ਹੈਗੇ ਆ ਉਹਨਾਂ ਨਾਲ ਸੰਬੰਧ ਠੀਕ ਰੱਖਿਆ, ਜਿਸ ਦਾ ਜ਼ਿਕਰ ਆਪਾਂ ਪਹਿਲਾਂ ਵੀ ਕੀਤਾ ਕਿ ਰੂਸ ਯੂਕਰੇਨ ਦੀ ਲੜਾਈ ਚੱਲ ਰਹੀ ਹੈ ਇਸ ਵੇਲੇ, ਉਹਦੇ ਵਿੱਚ ਹਿੰਦੁਸਤਾਨ ਨੇ, ਇੰਡੀਆ ਨੇ, ਭਾਰਤ ਨੇ ਆਪਣੇ ਹਿੱਤ ਨੂੰ ਧਿਆਨ ਵਿੱਚ ਰੱਖਦੇ ਹੋਏ ਉਹਨਾਂ ਨੇ ਉਹ ਨੀਤੀ ਅਡਾਪਟ ਕੀਤੀ, ਅਪਰੋਚ ਕੀਤੀ। ਉਹਨਾਂ ਨੇ ਵਿਗਾੜੀ ਨਹੀਂ ਹੈ, ਕਿਉਂਕਿ ਰੂਸ ਵੀ ਹਮੇਸ਼ਾ ਹਿੰਦੁਸਤਾਨ ਦੇ ਨਾਲ, ਭਾਰਤ ਦੇ ਨਾਲ ਖੜਾ ਰਿਹਾ ਹੈ। ਸੋ ਉਹਨਾਂ ਨੇ ਵੈਸਟਰਨ ਪਾਵਰ ਦੇ ਕਹੇ ਤੇ ਆਖੇ ਲੱਗ ਕੇ ਕੋਈ ਅਜਿਹੀ ਬਿਆਨ ਨਹੀਂ ਦਿੱਤਾ, ਕੋਈ ਇਹੋ ਜਿਹੀ ਨੀਤੀ ਨਹੀਂ ਅਡਾਪਟ ਕੀਤੀ ਜਿਹਦੇ ਨਾਲ ਇਹ ਲੱਗੇ ਕਿ ਇਹ ਪੱਛਮੀ ਦੇਸ਼ਾਂ ਦਾ ਦੁਮ ਛੱਲਾ ਬਣ ਗਿਆ ਹੋਇਆ। ਪੱਛਮੀ ਦੇਸ਼ਾਂ ਨੂੰ ਲੋੜ ਹੈ ਭਾਰਤ ਦੀ, ਉਹਨਾਂ ਨਾਲ ਕੋਆਪਰੇਟ ਕਰਨਾ ਚਾਹੀਦਾ, ਇਹ ਹਿੰਦੁਸਤਾਨ ਦੇ ਹਿੱਤ ਵਿੱਚ ਹੈ। ਸੋ ਉਹ ਹਿੰਦੁਸਤਾਨ ਕਰ ਵੀ ਰਿਹਾ ਹੋਇਆ, ਔਰ ਨਾਲ ਦੀ ਨਾਲ ਇਹ ਹੈ ਕਿ ਉਹ ਰੂਸ ਦੇ ਨਾਲ ਵੀ ਆਪਣੇ ਸੰਬੰਧ ਉਹਨੇ ਠੀਕ ਰੱਖੇ। ਔਰ ਇਸੇ ਤਰ੍ਹਾਂ ਤੁਸੀਂ ਦੇਖੋ ਕਿ ਪੱਛਮੀ ਦੇਸ਼, ਖਾਸ ਕਰਕੇ ਅਮਰੀਕਾ, ਜਿਹਨੂੰ ਆਪਾਂ ਕਹਿੰਦੇ ਕਿ ਉਹਨਾਂ ਦੇ ਈਰਾਨ ਨਾਲ ਵੀ ਪੰਗਾ ਚੱਲ ਰਿਹਾ ਨਾ ਜੀ, ਤੇ ਹਿੰਦੁਸਤਾਨ ਯਾਨੀ ਕਿ ਇੰਡੀਆ ਭਾਰਤ ਦਾ ਸੰਬੰਧ ਈਰਾਨ ਨਾਲ ਵੀ ਬਹੁਤ ਅੱਛਾ ਹੈ। ਤੁਹਾਨੂੰ ਪਤਾ ਨਾ ਚਾਬਹਾਰ ਜਿਹੜੀ ਉੱਥੇ ਹੈਗੀ ਆ ਆਪਣੀ ਕਹਿੰਦੇ ਆ ਬੰਦਰਗਾਹ ਹੈਗੀ, ਉੱਥੇ ਹੀ ਡਿਵੈਲਪ ਹੋ ਰਹੀ ਹੋਈ ਹੈ ਨਾ ਜੀ, ਜਿੱਥੋਂ ਮਿਡਲ ਈਸਟ ਨਾਲ ਵਪਾਰ ਕਰਨ ਦੀਆਂ ਸੰਭਾਵਨਾਵਾਂ ਹਿੰਦੁਸਤਾਨ ਦੀਆਂ ਹੈਗੀਆਂ। ਉਹ ਇਹ ਹੈ ਕਿ ਇੰਡੀਆ ਦੀ ਲੀਡਰਸ਼ਿਪ ਨੇ ਆਪਣੀ ਸੁਤੰਤਰ ਅੰਤਰਰਾਸ਼ਟਰੀ ਨੀਤੀ ਅਡਾਪਟ ਕੀਤੀ ਹੈ, ਕਿਸੇ ਗਰੁੱਪ ਜਾਂ ਕਿਸੇ ਦੇਸ਼ ਦੇ ਪਿਛਲੱਗ ਲੱਗ ਕੇ ਨਹੀਂ। ਠੀਕ ਹੈ ਡਾਕਟਰ, ਹਿੰਦੁਸਤਾਨ ਦੇ ਹਿੱਤ ਨੂੰ ਜਿਹੜਾ ਉਹ ਜ਼ਰੂਰ ਧਿਆਨ ਵਿੱਚ ਰੱਖੇ ਜੀ। ਠੀਕ ਹੈ, ਇਹੀ ਕਾਰਨ ਹੈ ਇਮਰਾਨ ਖਾਨ ਬੇਸ਼ੱਕ ਭਾਰਤ ਦੇ ਖਿਲਾਫ ਵੀ ਬੋਲਦਾ ਹੈ, ਪਰ ਭਾਰਤ ਦੀ ਇਸ ਨੀਤੀ ਦੀ ਹਮੇਸ਼ਾ ਉਹ ਪ੍ਰਸ਼ੰਸਾ ਵੀ ਕਰਦਾ ਹੈ। ਜਿਵੇਂ ਅਸੀਂ ਕਿਹਾ ਕਿ G20 ਦਾ ਸ਼ਾਨਦਾਰ ਆਯੋਜਨ ਕੀਤਾ ਹੈ, ਉਹ ਜੋ ਕੁਝ ਘਟਨਾਕ੍ਰਮ ਬਣੇ, ਜੋ ਕੁਝ ਉਸਦੇ ਪ੍ਰਭਾਵ ਸਾਹਮਣੇ ਆਏ ਨੇ, ਉਸ ਨੂੰ ਬਹੁਤ ਹੀ ਸ਼ਾਨਦਾਰ ਢੰਗ ਦੇ ਨਾਲ ਨੇ ਸਾਡੇ ਦਰਸ਼ਕਾਂ ਨੂੰ ਸਮਝਾਇਆ, ਤੇ ਇਹਦੇ ਨਾਲ ਭਾਰਤ ਦਾ ਜਿਹੜਾ ਰੁਤਬਾ ਵੀ ਉੱਪਰ ਵਧਿਆ ਤੇ ਮੋਦੀ ਸਾਹਿਬ ਦਾ ਵੀ ਕੱਦ ਵਧਿਆ। ਡਾਕਟਰ ਸਾਹਿਬ, ਤੁਸੀਂ ਇੱਕ ਇੱਕ ਗੱਲ ਬਹੁਤ ਬਰੀਕੀ ਨਾਲ ਸਮਝਾਈ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੇ ਸਾਡੇ ਦਰਸ਼ਕਾਂ ਦਾ ਵੀ ਬਹੁਤ ਬਹੁਤ ਧੰਨਵਾਦ ਜਿਹੜੇ ਰੋਜ਼ ਇਸ ਪ੍ਰੋਗਰਾਮ ਨੂੰ ਦੇਖਦੇ ਨੇ। ਤੇ ਕੱਲ ਨੂੰ ਫਿਰ ਅਸੀਂ ਕਿਸੇ ਨਵੇਂ ਵਿਸ਼ੇ ਦੇ ਨਾਲ ਤੁਹਾਡੇ ਰੂਬਰੂ ਹੋਵਾਂਗੇ। ਉਦੋਂ ਤੱਕ ਮੈਨੂੰ ਦਿਓ ਆਗਿਆ। ਸਤਿ ਸ੍ਰੀ ਅਕਾਲ। ਚਰਚਾ।